ਹੈਲੋ एवरीवन। ਅੱਜ ਤੋਂ ਅਸੀਂ ਸਾਈਬਰ ਲੌਜ਼ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਡਨ। ਜੇ ਤੁਹਾਡੇ ਐਗਜ਼ਾਮ ਵਿੱਚ ਪੁੱਛਿਆ ਜਾਣਾ ਹੈ, ਆਪਾਂ ਸਾਈਬਰ ਲੌ ਬਾਰੇ ਪੂਰਾ ਪੜ੍ਹਾਂਗੇ। ਠੀਕ ਹੈ। ਤਾਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਆਪਣੇ ਬਾਰੇ ਕਿ ਮੇਰਾ ਨਾਮ ਹੈ ਹਰਮਨਪ੍ਰੀਤ ਸਿੰਘ। ਮੈਂ ਪਿਛਲੇ 1 ਸਾਲ ਤੋਂ ਉਰੇ ਗਿਲਸ ਮੈਂਟੋਰ YouTube ਚੈਨਲ 'ਤੇ ਪੜ੍ਹਾ ਰਿਹਾ। ਡਨ। ਤਾਂ ਜੇ ਤੁਹਾਨੂੰ ਮੇਰਾ ਐਕਸਪੀਰੀਅੰਸ ਦੇਖਣਾ ਹੈ, ਤੁਹਾਨੂੰ ਮੇਰਾ ਕੰਮ ਦੇਖਣਾ ਹੈ, ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ। ਤੁਸੀਂ YouTube 'ਤੇ ਜਾਓ ਗਿਲਸ ਮੈਂਟੋਰ ਦੇ, ਉੱਥੇ ਤੁਸੀਂ ਪਲੇਲਿਸਟ 'ਚ ਜਾ ਕੇ ਪਟਵਾਰੀ ਅਕਾਊਂਟ ਨਾਮ ਦਾ ਇਹ ਪਲੇਲਿਸਟ ਬਣੀ ਹੋਈ ਹੈ। ਤੁਸੀਂ ਜਾ ਕੇ ਮੇਰੇ 65 ਲੈਕਚਰਸ ਅਵੇਲੇਬਲ ਨੇ, ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕਿਸ ਤਰ੍ਹਾਂ ਤਿਆਰੀ ਕਰਾਉਣਾ। ਡਨ। ਉਸ ਤੋਂ ਇਲਾਵਾ ਤੁਸੀਂ ਦੇਖਣਾ ਮੇਰੇ ਪੇਡ ਕੋਰਸਿਸ ਵਿੱਚ ਵੀ ਮੇਰੇ ਕੋਰਸਿਸ ਅਵੇਲੇਬਲ ਨੇ। ਹੁਣੀ ਰੀਸੈਂਟਲੀ ਵਕਫ ਦਾ ਪੇਪਰ ਹੋਇਆ ਸੀ, ਵਕਫ ਬੋਰਡ ਦਾ, ਜਿਸ ਵਿੱਚ ਵਕਫ ਐਕਟ ਦੇ ਕੁਐਸਚਨ ਪੁੱਛੇ ਗਏ ਸੀ ਅਤੇ ਇਸ ਐਕਟ ਦੇ ਉੱਪਰ ਮੈंने 16 ਲੈਕਚਰਸ ਕਰਵਾਏ ਸੀ। ਦੈਨ 16 ਲੈਕਚਰਸ ਮੈंने ਜੋ ਕਰਵਾਏ ਸੀ ਉਹ ਪੇਡ ਵਿੱਚ ਅਵੇਲੇਬਲ ਸੀ। ਦੈਨ ਤਾਂ ਇਹਨਾਂ 16 ਲੈਕਚਰਾਂ ਵਿੱਚੋਂ 8 ਕੁਐਸਚਨ ਆਏ ਓਵਰਆਲ 10 ਕੁਐਸਚਨਾਂ ਵਿੱਚੋਂ। ਠੀਕ ਹੈ। 10 ਕੁਐਸਚਨ ਐਕਟ ਦੇ ਉੱਪਰ ਪੁੱਛੇ ਗਏ ਸੀ, ਜਿਸ ਵਿੱਚੋਂ 8 ਕੁਐਸਚਨ ਮੇਰੇ ਡਾਇਰੈਕਟਲੀ ਪੜ੍ਹਾਏ ਹੋਏ ਵਿੱਚੋਂ ਆ ਗਏ। ਜਿਸ ਦਾ ਜੇ ਤੁਸੀਂ ਮਤਲਬ ਤਰੀਕੇ ਨਾਲ ਵੈਰੀਫਾਈ ਕਰਨਾ ਤਾਂ ਸਾਡੇ ਗਿਲ ਸਰ ਨੇ ਆਲਰੇਡੀ ਇਸ ਦੇ ਉੱਪਰ ਸੈਸ਼ਨ ਦਿੱਤਾ ਹੋਇਆ ਹੁਣੇ ਕੁਛ ਦਿਨਾਂ ਪਹਿਲੇ। ਦੈਨ ਉਸ ਵਿੱਚ ਜਾ ਕੇ ਤੁਸੀਂ ਜ਼ਰੂਰ ਦੇਖ ਸਕਦੇ ਹੋ ਕਿ ਇਸ ਜਦੋਂ ਉਹ ਪੂਰਾ ਪੇਪਰ ਐਨਾਲਾਈਜ਼ ਕਰ ਰਹੇ ਹੋਣੇ ਤਾਂ ਉਹਨਾਂ ਨੇ ਐਂਡ ਵਿੱਚ ਜਿਹੜੇ ਵਕਫ ਐਕਟ ਦੇ ਕੁਐਸਚਨ ਹੋਣੇ ਉਸ ਦੇ ਨਾਲ ਉਹਨਾਂ ਨੇ ਬਿਲਕੁਲ ਵੈਰੀਫਾਈ ਕਰਕੇ ਦਿਖਾਇਆ ਕਿ ਸਾਡੇ ਜਿਹੜੇ ਲੈਕਚਰ ਸੀਰੀਜ਼ ਚੱਲੀ ਸੀ ਇੱਕ ਚੀਜ਼ ਨਾਲ ਇੱਕ ਕੁਐਸਚਨ ਉਹਨਾਂ ਨੇ ਵੈਰੀਫਾਈ ਕਰਕੇ ਦਿਖਾਇਆ ਕਿ 8 ਕੁਐਸਚਨ ਡਾਇਰੈਕਟਲੀ ਆਏ ਸੀ 10 ਕੁਐਸਚਨਾਂ ਵਿੱਚੋਂ। ਡਨ। ਸੋ ਉਸ ਤੋਂ ਇਲਾਵਾ ਜੇ ਤੁਹਾਨੂੰ ਮੇਰਾ ਕੋਈ ਕੋਰਸ ਦੇਖਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ। ਅਕਾਊਂਟਸ ਦਾ ਵੀ ਪੇਡ ਕੋਰਸ ਅਵੇਲੇਬਲ ਹੈ। ਜਿਹੜੇ ਬੱਚੇ ਜਲਦੀ ਤਿਆਰੀ ਕਰਨਾ ਚਾਹੁੰਦੇ ਹਨ, ਯਾਨੀ ਕਿ ਉਹਨਾਂ ਨੂੰ ਇਹ ਹੈ ਕਿ ਮੈਂ ਜਲਦੀ ਸਿਲੇਬਸ ਖਤਮ ਕਰਨਾ ਹੈ, ਤਾਂ ਉਹ ਆਲਰੇਡੀ ਗਿਲਸ ਮੈਂਟੋਰ ਸਾਡੀ ਐਪ ਲੌਂਚਡ ਹੈ। ਉਸ ਲੌਂਚਡ ਐਪ ਦੇ ਅੰਡਰ ਮੇਰਾ ਪਟਵਾਰੀ ਕੋਰਸ ਹੈ। ਠੀਕ ਹੈ। ਉਸ ਵਿੱਚ ਅਕਾਊਂਟਸ ਦੇ ਲੈਕਚਰਸ ਅਵੇਲੇਬਲ ਨੇ। ਡਨ। ਉਸ ਵਿੱਚ ਜਾ ਕੇ ਤੁਸੀਂ ਖਰੀਦ ਸਕਦੇ ਹੋ। ਮੰਨ ਲਓ ਤੁਹਾਨੂੰ ਪੂਰਾ ਪਟਵਾਰੀ ਕੋਰਸ ਨਹੀਂ ਖਰੀਦਣਾ ਤਾਂ ਤੁਸੀਂ ਕੀ ਕਰ ਸਕਦੇ ਹੋ, ਐਗਰੀਕਲਚਰ ਅਤੇ ਅਕਾਊਂਟ ਦਾ ਅਲੱਗ ਕੋਰਸ ਬਣਿਆ ਹੋਇਆ ਜੋ ਬਹੁਤ ਮਤਲਬ 1000 ਰੁਪੀਸ 'ਤੇ ਹੈ। ਠੀਕ ਹੈ। ਉਹ ਤੁਸੀਂ ਜਾ ਕੇ ਖਰੀਦ ਸਕਦੇ ਹੋ। ਇਹ ਕੋਰਸ ਤੁਹਾਨੂੰ ਗਿਲਸ ਮੈਂਟੋਰ ਐਪ 'ਤੇ ਇੱਕ ਅਲੱਗ ਮਿਲ ਜਾਏਗਾ ਤੁਹਾਨੂੰ, ਜਿਸ ਵਿੱਚ ਐਗਰੀਕਲਚਰ ਦੇ ਲੈਕਚਰਸ ਹੋਣਗੇ ਅਤੇ ਅਕਾਊਂਟਸ ਦੇ ਲੈਕਚਰਸ ਹੋਣਗੇ। ਡਨ। ਓਕੇ। ਉਸ ਤੋਂ ਇਲਾਵਾ ਜੇ ਤੁਹਾਨੂੰ ਮੇਰਾ ਕੁਝ ਹੋਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਦੇਖਣਾ ਗੌਰਮੈਂਟ ਸਕੀਮਸ। ਡਨ। ਜੋ ਹੈੱਡ ਮਾਸਟਰ ਦੇ ਪੋਸਟ ਲਈ ਪੁੱਛੀਆਂ ਗਈਆਂ ਸੀ ਉਸ ਦੀ ਪੂਰੀ ਮੈਰਾਥਨ ਕਲਾਸ, ਮੈਰਾਥਨ ਮਤਲਬ ਕਿ 3 ਤੋਂ 4 ਘੰਟੇ ਦੀ ਕਲਾਸ YouTube 'ਤੇ ਅਵੇਲੇਬਲ ਹੈ, ਤੁਸੀਂ ਜਾ ਕੇ ਦੇਖ ਸਕਦੇ। ਡਨ। ਉਸ ਤੋਂ ਇਲਾਵਾ ਐਜੂਕੇਸ਼ਨ ਪੋਲਿਸੀ। ਡਨ। ਐਜੂਕੇਸ਼ਨ ਪੋਲਿਸੀ ਜੋ ਕਿ ਆਪਣੀ ਲੇਟੈਸਟ 2020 ਦੀ ਆਈ। ਠੀਕ ਹੈ। ਜੋ ਆਲਰੇਡੀ ਤੀਜੀ ਮੰਨੀ ਜਾ ਰਹੀ ਹੈ ਹੁਣ ਤੱਕ ਦੀਆਂ। ਠੀਕ ਹੈ। ਥਰਡ ਐਜੂਕੇਸ਼ਨ ਪੋਲਿਸੀ ਉਹ ਵੀ ਮੈंने ਕਰਵਾਇਆ ਅਤੇ ਇਸ ਤੋਂ ਪਹਿਲੇ ਜਿਹੜੀ ਦੂਜੀ ਆਈ ਸੀ ਉਸ ਦੇ ਬਾਰੇ ਡਿਟੇਲ 'ਚ ਦੱਸਿਆ। ਉਸ ਤੋਂ ਪਹਿਲੇ ਫਸਟ ਵਿੱਚ ਆਈ ਸੀ, ਉਸ ਤੋਂ ਪਹਿਲੇ ਡਿਟੇਲ 'ਚ ਦੱਸਿਆ। ਡਨ। ਅਤੇ ਹਿਸਟਰੀ ਵਿੱਚ ਕੀ ਹੋਇਆ ਐਜੂਕੇਸ਼ਨ ਪੋਲਿਸੀ ਨੂੰ ਲੈ ਕੇ, ਯਾਨੀ ਕਿ ਐਜੂਕੇਸ਼ਨ ਉੱਪਰ ਕਿਸ ਤਰ੍ਹਾਂ ਕੰਮ ਹੋਇਆ, ਕਿਸ ਤਰੀਕੇ ਨਾਲ ਉਸ ਨੂੰ ਰੀਸਟਰਕਚਰ ਕੀਤਾ ਗਿਆ। ਡਨ। ਉਹਨਾਂ ਬਾਰੇ ਸਾਰੀ ਜਾਣਕਾਰੀ ਵੀ ਮੈंने ਆਲਰੇਡੀ YouTube 'ਤੇ ਅਵੇਲੇਬਲ ਕਰਵਾਈ ਹੋਈ ਹੈ ਗਿਲਸ ਮੈਂਟੋਰ ਚੈਨਲ 'ਤੇ। ਡਨ। ਉਸ ਵਿੱਚ ਨੂੰ ਵੀ ਇੱਕ ਤਰੀਕੇ ਨਾਲ ਤੁਸੀਂ ਮੈਰਾਥਨ ਕਲਾਸ ਕਹਿ ਸਕਦੇ ਹੋ, ਉਹ ਵੀ ਅਵੇਲੇਬਲ ਹੈ। ਡਨ। ਉਸ ਨੂੰ ਸਰਚ ਕਰਨ ਲਈ ਤੁਸੀਂ ਹੈੱਡ ਮਾਸਟਰ, ਠੀਕ ਹੈ, ਹੈੱਡ ਮਾਸਟਰ ਐਜੂਕੇਸ਼ਨ ਪੋਲਿਸੀ ਲਿਖੋਗੇ। ਡਨ। ਅਤੇ ਨਾਲ ਗਿਲਸ ਮੈਂਟੋਰ ਲਿਖੋਗੇ, ਤੁਹਾਨੂੰ ਉਹ ਵੀਡੀਓ ਮਿਲ ਜਾਏਗੀ। ਡਨ। ਸੋ ਸ਼ੁਰੂਆਤ ਕਰਦੇ ਹਾਂ। ਫਸਟ ਲੈਕਚਰ ਦੇਖਾਂਗੇ। ਤੁਹਾਨੂੰ ਮੈਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕਹਿ ਦੇਵਾਂ ਕਿ ਮੈਂ ਪੂਰਾ 360 ਡਿਗਰੀ ਵਿਊ ਦਿੰਦਾ ਹੁੰਦਾ। ਡਨ। ਭਾਵੇਂ ਸਾਈਬਰ ਲੋ ਦਾ 5 ਨੰਬਰ ਦਾ ਪੇਪਰ ਪੁੱਛਿਆ ਜਾਵੇ, ਭਾਵੇਂ 10 ਨੰਬਰ ਦਾ ਪੇਪਰ ਪੁੱਛਿਆ ਜਾਵੇ, ਮੈਂ ਤੁਹਾਨੂੰ ਪੂਰਾ ਕਰਾਵਾਂਗਾ। ਡਨ। ਇਹ ਮੇਰੀ ਹਮੇਸ਼ਾ ਇੱਕ ਤਰ੍ਹਾਂ ਦੀ ਸਪੈਸ਼ੈਲਿਟੀ ਰਹੀ ਹੈ ਕਿ ਮੈंने ਕਦੇ ਵੀ ਵਿੱਚੋਂ ਕੋਈ ਸ਼ਾਰਟਕਟ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਮੇਸ਼ਾ 360 ਡਿਗਰੀ ਵਿਊ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਮੈਂ ਸਾਰਾ ਕਰਾਉਣ ਦਾ ਕੋਸ਼ਿਸ਼ ਕਰਦਾ, ਕੋਈ ਵੀ ਚੀਜ਼ 'ਚ ਰਹਿ ਨਾ ਜਾਵੇ। ਡਨ। ਸੋ ਸ਼ੁਰੂਆਤ ਕਰਦੇ ਹਾਂ। ਦੇਖੋ, ਸਭ ਤੋਂ ਪਹਿਲੇ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਈਬਰ ਕਿਹਨੂੰ ਕਹਿੰਦੇ ਨੇ। ਪਹਿਲੇ ਤਾਂ ਆਪਾਂ ਸਾਈਬਰ ਲੋਸ ਪੜ੍ਹ ਰਹੇ ਹਾਂ ਨਾ, ਸਾਨੂੰ ਸ਼ੁਰੂਆਤ 'ਚ ਪਤਾ ਤਾਂ ਹੋਣਾ ਚਾਹੀਦਾ ਕਿ ਸਾਈਬਰ ਕਿਹਨੂੰ ਕਹਿੰਦੇ ਨੇ। ਸਾਈਬਰ ਦਾ ਮਤਲਬ ਨੂੰ ਆਪਾਂ ਜੇ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਪਹਿਲੇ ਇੱਕ ਵਾਰੀ ਪੜ੍ਹ ਲੈਂਦੇ ਹਾਂ, ਫਿਰ ਤੁਹਾਨੂੰ ਮੈਂ ਇਹਦੇ ਨਾਲ ਪੂਰਾ ਸਮਝਾਵਾਂਗਾ। ਸਾਈਬਰ ਇਜ਼ ਦਾ ਪ੍ਰੈਫਿਕਸ ਯੂਜ਼ ਟੂ ਡਿਸਕ੍ਰਾਈਬ ਅ ਪਰਸਨ, ਥਿੰਗ ਔਰ ਆਈਡੀਆ ਹੈਜ਼ ਅ ਪਾਰਟ ਆਫ ਦੀ ਕੰਪਿਊਟਰ ਐਂਡ ਦਾ ਇਨਫੋਰਮੇਸ਼ਨ ਏਜ। ਉਰੇ ਤੱਕ ਪੜ੍ਹੋ, ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਈਬਰ ਨੂੰ ਇੱਕ ਤਰੀਕੇ ਨਾਲ ਪ੍ਰੈਫਿਕਸ ਦੇ ਨਾਮ ਦੇ ਨਾਲ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਇਸ ਨੂੰ ਇਸ ਤਰੀਕੇ ਨਾਲ ਯੂਜ਼ ਕੀਤਾ ਜਾ ਸਕੇ ਸਾਈਬਰ ਨੂੰ, ਤਾਂ ਕਿ ਆਪਾਂ ਕਿਸੇ ਪਰਸਨ ਨੂੰ ਡਿਸਕ੍ਰਾਈਬ ਕਰ ਸਕੀਏ, ਕਿਸੇ ਥਿੰਕ ਨੂੰ ਡਿਸਕ੍ਰਾਈਬ ਕਰ ਸਕੀਏ, ਕਿਸੇ ਆਈਡੀਆ ਨੂੰ ਡਿਸਕ੍ਰਾਈਬ ਕਰ ਸਕੀਏ। ਡਨ।
ਤੇ ਜੋ ਵੀ ਇਹ ਪਰਸਨ ਹੈ, ਥਿੰਕ ਹੈ, ਆਈਡੀਆ, ਉਹ ਇੱਕ ਕੰਪਿਊਟਰ ਤੇ ਇਨਫੋਰਮੇਸ਼ਨ ਏਜ ਦਾ ਪਾਰਟ ਹੁੰਦਾ ਹੈ। ਦੈਨ ਜੋ ਕੰਪਿਊਟਰ ਤੇ ਇਨਫੋਰਮੇਸ਼ਨ ਏਜ ਦਾ ਪਾਰਟ ਹੁੰਦਾ ਹੈ, ਉਸ ਨੂੰ ਹੀ ਆਪਾਂ ਸਾਈਬਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਮਝ ਗਏ ਕਿ ਜਿਸ ਦਾ ਲਿੰਕ ਜਿਹੜਾ ਕੰਪਿਊਟਰ ਨਾਲ ਹੈ ਤੇ ਇਨਫੋਰਮੇਸ਼ਨ ਏਜ ਨਾਲ ਹੈ, ਭਾਵੇਂ ਉਹ ਕੋਈ ਪਰਸਨ ਹੋ ਸਕਦਾ, ਭਾਵੇਂ ਕੋਈ ਉਹ ਥਿੰਕ ਹੋ ਸਕਦੀ ਹੈ, ਭਾਵੇਂ ਕੋਈ ਆਈਡੀਆ ਹੋ ਸਕਦਾ, ਉਸ ਨੂੰ ਆਪਾਂ ਸਾਈਬਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੈਨ ਜੋ ਇਹ ਸਾਈਬਰ ਹੈ, ਇਹ ਆਪਣੇ ਕਾਈਬਰਨੈਟਿਕਸ ਤੋਂ ਲਿੱਤਾ ਹੈ। ਦੈਨ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ, ਇੱਕ ਗ੍ਰੀਕ ਵਰਡ ਸੀ ਫॉर ਸਟੀਅਰਸਮੈਨ ਔਰ ਗਵਰਨਰ, ਤਾਂ ਇਸ ਨੂੰ ਫਸਟ ਯੂਜ਼ ਕੀਤਾ ਗਿਆ ਸੀ ਸਾਈਬਰਨੈਟਿਕਸ ਵਿੱਚ, ਜਿਸ ਨੂੰ ਕੁਆਇਨ ਕੀਤਾ ਸੀ ਨੋਰਬਰਟ ਵੀਨਰ ਨੇ ਐਂਡ ਉਹਨਾਂ ਦੇ ਕਲੀਗ ਨੇ। ਦੈਨ ਕਿਸ ਨੇ ਇਸ ਨੂੰ ਡਿਫਾਈਨ ਕੀਤਾ ਸੀ? ਨੋਰਬਰਟ ਵੀਨਰ ਨੇ। ਜੇ ਮੈਂ ਸਹੀ ਤਰੀਕੇ ਨਾ ਬੋਲ ਪਾਵਾਂ ਤਾਂ ਮੈਂ ਮਾਫੀ ਚਾਹਾਂਗਾ। ਤੇ ਉਹਨਾਂ ਦੇ ਕਲੀਗਸ ਨੇ ਇਹਨਾਂ ਨੂੰ ਡਿਫਾਈਨ ਕੀਤਾ ਸੀ ਕਿਸ ਨਾਮ ਨਾਲ? ਸਾਈਬਰਨੈਟਿਕਸ ਦੇ ਨਾਮ ਨਾਲ। ਦੈਨ ਤਾਂ ਉਸੇ ਸਾਈਬਰਨੈਟਿਕਸ ਤੋਂ ਹੌਲੀ ਹੌਲੀ ਇਹ ਸਾਈਬਰ ਬਣਿਆ। ਦੈਨ ਹੁਣ ਤੱਕ ਆਪਾਂ ਕੀ ਸਮਝਿਆ ਕਿ ਸਾਈਬਰ ਨੂੰ ਇੱਕ ਤਰੀਕੇ ਨਾਲ ਪ੍ਰੈਫਿਕਸ ਯੂਜ਼ ਕੀਤਾ ਗਿਆ ਕੀ ਕਰਨ ਲਈ? ਤਾਂ ਕਿ ਕਿਸੇ ਪਰਸਨ ਨੂੰ ਡਿਸਕ੍ਰਾਈਬ ਕੀਤਾ ਜਾ ਸਕੇ, ਕਿਸੇ ਥਿੰਕ ਨੂੰ ਡਿਸਕ੍ਰਾਈਬ ਕੀਤਾ ਜਾ ਸਕੇ, ਕਿਸੇ ਆਈਡੀਆ ਨੂੰ ਡਿਸਕ੍ਰਾਈਬ ਕੀਤਾ ਜਾ ਸਕੇ। ਜੋ ਵੀ ਪਰਸਨ, ਥਿੰਕ ਤੇ ਆਈਡੀਆ ਉਹ ਕੰਪਿਊਟਰ ਤੇ ਉਸ ਇਨਫੋਰਮੇਸ਼ਨ ਏਜ ਦਾ ਪਾਰਟ ਨੇ, ਤਾਂ ਹੀ ਉਸ ਨੂੰ ਆਪਾਂ ਸਾਈਬਰ ਕਹਾਂਗੇ। ਡਨ। ਹੁਣ ਅੱਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਦਾ ਵਰਚੁਅਲ ਵਰਲਡ ਆਫ ਇੰਟਰਨੈਟ ਹੈਜ਼ ਨੋਨ ਹੈਜ਼ ਸਾਈਬਰ ਸਪੇਸ ਐਂਡ ਦੀ ਲੋ ਗਵਰਨਿੰਗ ਦਿਸ ਏਰੀਆ ਇਜ਼ ਨੋਨ ਹੈਜ਼ ਸਾਈਬਰ ਲੋਜ਼। ਧਿਆਨ ਨਾਲ ਪੜ੍ਹੋ, ਇਹ ਦੋ ਲਾਈਨਾਂ ਬਹੁਤ ਸੋਹਣੀਆਂ ਨੇ। ਕਹਿਣ ਦਾ ਭਾਵ ਜਿਹੜਾ ਵਰਚੁਅਲ ਵਰਲਡ ਹੈ ਇੰਟਰਨੈਟ ਦਾ, ਠੀਕ ਹੈ, ਉਸ ਨੂੰ ਆਪਾਂ ਸਾਈਬਰ ਸਪੇਸ ਕਹਿੰਦੇ ਹਾਂ। ਡਨ। ਯਾਨੀ ਕਿ ਵਰਚੁਅਲੀ ਸਾਰਾ ਕੁਝ ਚੱਲ ਰਿਹਾ, ਉਸ ਨੂੰ ਆਪਾਂ ਸਾਈਬਰ ਸਪੇਸ ਕਹਿੰਦੇ ਹਾਂ। ਅਤੇ ਇਸੇ ਸਪੇਸ ਨੂੰ ਗਵਰਨ ਕਰਨ ਲਈ ਕੁਝ ਕਾਨੂੰਨ ਬਣਾਏ ਨੇ, ਠੀਕ ਹੈ, ਕੁਝ ਰੂਲਸ ਬਣਾਏ ਨੇ। ਉਸ ਨੂੰ ਆਪਾਂ ਜੇ ਇਹਨਾਂ ਦੋਨਾਂ ਨੂੰ ਨਾਲ ਜੋੜ ਦਈਏ ਤਾਂ ਉਸ ਨੂੰ ਕੀ ਕਹਾਇਆ ਜਾਏਗਾ? ਸਾਈਬਰ ਲਾਅ। ਦੈਨ ਇਹ ਆਪਣੀ ਇੱਕ ਦੁਨੀਆ ਇੰਟਰਨੈਟ ਦੀ, ਅਤੇ ਇਸ ਨੂੰ ਗਵਰਨ ਕਰਨ ਲਈ ਜੋ ਵੀ ਰੂਲਸ ਬਣਾਏ ਗਏ ਨੇ ਉਸ ਨੂੰ ਆਪਣੇ ਨਾਲ ਜੋੜ ਕੇ ਕੀ ਨਾਮ ਦਿੱਤਾ ਗਿਆ? ਸਾਈਬਰ ਲਾਜ਼। ਓਕੇ, ਸਮਝ ਗਏ ਨਾ ਕਿ ਇੱਕ ਪੂਰੀ ਦੁਨੀਆ ਵਰਲਡ ਵਿੱਚ, ਠੀਕ ਹੈ, ਮਤਲਬ ਕਿ ਇੱਕ ਤਰੀਕੇ ਨਾਲ ਆਪਾਂ ਜਿਸ ਵਿੱਚ ਕੰਪਿਊਟਰ ਵੀ ਆਉਂਦਾ, ਇਨਫੋਰਮੇਸ਼ਨ ਵੀ ਆਉਂਦੀ ਹੈ, ਨੈੱਟ ਵੀ, ਮਤਲਬ ਪੂਰੇ ਵਰਲਡ 'ਚ ਫੈਲੀ ਹੋਈ ਹੈ ਚੀਜ਼ਾਂ ਸਾਰੀਆਂ। ਦੈਨ ਇਹ ਇੱਕ ਇੰਟਰਨੈਟ ਵਰਲਡ ਆ, ਪੂਰਾ ਵਰਚੁਅਲ ਵਰਲਡ ਹੈ, ਉਸ ਨੂੰ ਆਪਾਂ ਸਾਈਬਰ ਸਪੇਸ ਕਹਿੰਦੇ ਹਾਂ। ਇਸ ਨੂੰ ਗਵਰਨ ਕਰਨ ਲਈ ਕਿ ਹਰੇਕ ਚੀਜ਼ ਦੇ ਇੱਕ ਰੂਲਸ ਹੋਣਗੇ, ਜੋ ਇਹਨਾਂ ਰੂਲ ਤੋਂ ਖਿਲਾਫ ਤੁਸੀਂ ਨਹੀਂ ਜਾ ਸਕਦੇ। ਇਹਨਾਂ ਚੀਜ਼ਾਂ ਨੂੰ ਤੁਸੀਂ ਇਸ ਪ੍ਰੋਸੀਜਰ ਨਾਲ ਤੁਸੀਂ ਨੂੰ ਫੋਲੋ ਕਰਨਾ ਪਏਗਾ। ਗਲਤ ਪ੍ਰਿੰਸੀਪਲਸ ਨਹੀਂ ਫੋਲੋ ਨਹੀਂ ਕਰਨੇ ਤੁਹਾਨੂੰ। ਡਨ। ਇਹਨਾਂ ਚੀਜ਼ਾਂ ਨੂੰ ਦੇਖਣ ਲਈ ਹੀ ਆਪਾਂ ਨੇ ਕੁਝ ਲੋਸ ਬਣਾਏ ਨੇ, ਜਿਵੇਂ ਆਪਣੇ ਕਾਨੂੰਨ ਨੇ, ਠੀਕ ਹੈ, ਆਪਣੇ ਦੇਸ਼ 'ਚ ਕਾਨੂੰਨ ਨੇ ਨਾ, ਤਾਂ ਇਸੇ ਚੀਜ਼ ਲਈ ਕਹਿਣ ਦਾ ਭਾਵ ਇੰਟਰਨੈਟ ਦੇ ਲਈ ਕੁਝ ਰੂਲਸ ਬਣਾਏ ਨੇ, ਕੁਝ ਲੋਸ ਬਣਾਏ ਨੇ, ਤਾਂ ਉਸ ਨੂੰ ਹੀ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ? ਸਾਈਬਰ ਲਾਜ਼। ਓਕੇ, ਹੁਣ ਅੱਗੇ ਪੜ੍ਹਨ ਦੀ ਕੋਸ਼ਿਸ਼ ਕਰੋ। ਕਹਿੰਦੇ ਐਂਡ ਆਲ ਦੀ ਨੈਟੀਜ਼ਨਸ ਆਫ ਦਿਸ ਸਪੇਸ ਕਮ ਅੰਡਰ ਦੀ ਐਂਬਿਟ ਆਫ ਦਿਸ ਲਾਜ਼ ਐਂਡ ਇਟਸ ਕੈਰੀਡ ਅ ਕਾਈਂਡ of universal jurisdiction. Cyber law can also be described as a branch of law that deal with the legal issues related to use of internet networking technology. ਹੁਣ ਉਰੇ ਤੱਕ ਦੇਖੋ ਕੀ ਕਹਿਣ ਦਾ ਭਾਵ ਕਿ ਜਿਹੜੇ ਜਿੰਨੇ ਵੀ ਆਪਣੇ ਹਿਊਮਨ ਬੀਇੰਗਸ ਹਨ, ਜੋ ਵੀ ਅਸੀਂ ਪਰਸਨ, ਉਹ ਆਪਾਂ ਇਸੇ ਵਰਚੁਅਲ ਵਰਲਡ ਦਾ, ਜੋ ਇੰਟਰਨੈਟ ਦਾ ਵਰਲਡ, ਉਸਦਾ ਪਾਰਟ ਆ। ਡਨ। ਤਾਂ ਜੋ ਵੀ ਇਸ ਸਾਈਬਰ ਲਾਜ਼, ਜੋ ਵੀ ਲੋਸ ਬਣਨਗੇ, ਉਹ ਹਰੇਕ ਲਈ ਹੋਣਗੇ। ਐਸਾ ਤਾਂ ਨਹੀਂ ਹੈ ਕਿ ਕਿਸੇ ਪਰਸਨ ਲਈ ਹੋਣਗੇ, ਹਰੇਕ ਯੂਨੀਵਰਸਲ ਜੁਡੀਕੇਸ਼ਨ ਚੱਲੇਗਾ। ਡਨ। ਜੋ ਚੀਜ਼ ਮੇਰੇ ਲਈ ਮੈਨੇ ਫੋਲੋ ਕਰਨੀ ਹੈ, ਉਹੀ ਤੁਹਾਨੂੰ ਫੋਲੋ ਕਰਨੀ ਹੈ। ਜੋ ਵੀ ਸਾਨੂੰ ਕਾਨੂੰਨ ਦਿੱਤੇ ਗਏ ਨੇ ਕਿ ਜਿਸ ਦਾ ਆਪਾਂ ਨੇ ਗਲਤ ਫਾਇਦਾ ਨਹੀਂ ਉਠਾਉਣਾ, ਉਹਦੇ ਲਈ ਕੁਝ ਕਾਨੂੰਨ ਦਿੱਤੇ ਗਏ, ਉਹਨਾਂ ਨੂੰ ਅਸੀਂ ਫੋਲੋ ਕਰਨਾ। ਉਹ ਮੇਰੇ ਲਈ ਵੀ ਹੋਈ ਨੇ ਅਤੇ ਤੁਹਾਡੇ ਲਈ ਵੀ ਹੋਏ ਨੇ, ਤੁਹਾਡੇ ਲਈ ਕੋਈ ਅਲੱਗ ਨਹੀਂ ਹੋਣਗੇ। ਤਾਂ ਇੱਕ ਤਰ੍ਹਾਂ ਦਾ ਯੂਨੀਵਰਸਲ ਜੁਡੀਕੇਸ਼ਨ ਹੋਏਗਾ। ਓਕੇ, ਤਾਂ ਆਪਾਂ ਨੂੰ ਇੱਕ ਵਾਰੀ ਹੋਰ ਸਮਝ ਲੈਂਦੇ ਹਾਂ ਕਿ ਸਾਈਬਰ ਲਾਅ ਕੈਨ ਆਲਸੋ ਬੀ ਡਿਸਕ੍ਰਾਈਬ ਐਜ਼ ਅ ਬ੍ਰਾਂਚ ਆਫ ਲਾਅ। ਕਿਸ ਦੇ ਨਾਲ ਡੀਲ ਕਰਦਾ ਹੈ? ਲੀਗਲ ਇਸ਼ੂਜ਼ ਨਾਲ। ਕਿਸ ਨੂੰ ਰਿਲੇਟਡ ਨਾਲ? ਯੂਜ਼ ਆਫ ਇੰਟਰਨੈਟ ਵਰਕਡ ਇਨਫੋਰਮੇਸ਼ਨ ਟੈਕਨੋਲੋਜੀ ਨਾਲ। ਯਾਨੀ ਕਿ ਜੋ ਵੀ ਆਪਾਂ ਇਨਫੋਰਮੇਸ਼ਨ ਟੈਕਨੋਲੋਜੀ ਜੋ ਇੰਟਰਕਨੈਕਟਿਡ ਹੈ ਨੈਟਵਰਕ ਨਾਲ। ਦੈਨ ਕਹਿਣ ਦਾ ਭਾਵ ਕਿ ਜੋ ਵੀ ਇੰਟਰਕਨੈਕਟਿਡ, ਜੋ ਵੀ ਚੀਜ਼ਾਂ ਚੱਲ ਰਹੀਆਂ ਆਪਣੀਆਂ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਲੈ ਕੇ, ਜੋ ਵੀ ਇੰਟਰਕਨੈਕਟਿਡ ਚੀਜ਼ਾਂ ਚੱਲ ਰਹੀਆਂ, ਉਸ ਲਈ ਕੁਝ ਰੂਲਸ ਬਣਾਏ ਹੋਏ ਨੇ। ਦੈਨ ਲੀਗਲ ਰੂਲਸ ਨੇ। ਦੈਨ ਉਹਨਾਂ ਨੂੰ ਅਸੀਂ ਫੋਲੋ ਕਰਦੇ ਹਾਂ। ਤਾਂ ਉਸੀ ਫੋਲੋ ਕਰਨ ਨੂੰ ਆਪਾਂ ਫੋਲੋ ਕਰ ਰਹੇ ਜਿਸ ਚੀਜ਼ ਨੂੰ, ਉਸ ਨੂੰ ਹੀ ਆਪਾਂ ਸਾਈਬਰ ਲਾਅ ਕਹਾਉਂਦੇ ਹਾਂ। ਦੈਨ ਤਾਂ ਸਾਈਬਰ ਲਾਅ ਕੈਨ ਆਲਸੋ ਬੀ ਡਿਸਕ੍ਰਾਈਬ ਐਜ਼ ਅ ਬ੍ਰਾਂਚ ਆਫ ਲਾਅ ਡੈਟ ਡੀਲ ਵਿਦ ਦੀ ਲੀਗਲ ਇਸ਼ੂਜ਼। ਕਿਸ ਦੇ ਨਾਲ ਰਿਲੇਟਡ ਨੇ? ਇੰਟਰਨੈਟ ਵਰਕਡ ਇਨਫੋਰਮੇਸ਼ਨ ਟੈਕਨੋਲੋਜੀ ਨਾਲ। ਦੈਨ
ਜਿਸ ਵਿੱਚ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਨੂੰ ਰੱਜ ਕੇ ਮਿਲਦੀ ਹੈ। ਤੁਹਾਨੂੰ ਪਤਾ ਹੀ ਹੈ ਨੈੱਟ 'ਚ ਕੀ ਮਿਲਦਾ ਸਾਨੂੰ, ਇਨਫੋਰਮੇਸ਼ਨ ਤਾਂ ਮਿਲ ਰਹੀ ਹੈ, ਠੀਕ ਹੈ। ਉਹ ਕਿਸੇ ਵੀ ਤਰੀਕੇ ਨਾਲ ਮਿਲ ਰਹੀ ਹੈ, ਭਾਵੇਂ ਉਹ ਵੀਡੀਓ ਦੁਆਰਾ ਮਿਲ ਰਹੀ ਹੈ, ਭਾਵੇਂ ਉਹ ਕਿਸੇ ਡਾਕੂਮੈਂਟ ਦੁਆਰਾ ਮਿਲ ਰਹੀ ਹੈ, ਭਾਵੇਂ ਕਿਸੇ ਟੈਕਸਟ ਦੁਆਰਾ ਮਿਲ ਰਹੀ ਹੈ, ਭਾਵੇਂ ਉਹ ਬਰਾਊਜ਼ਿੰਗ ਦੁਆਰਾ ਮਿਲ ਰਿਹਾ, ਸਭ ਕੁਝ ਮਿਲ ਹੀ ਰਿਹਾ। ਉਹ ਇੱਕ ਇੰਟਰਕਨੈਕਟ ਨਾਲ ਜੁੜਿਆ ਹੋਇਆ ਡਨ। ਤਾਂ ਉਸ ਦੇ ਉੱਪਰ ਕੁਝ ਰੂਲਸ ਲਾਗੂ ਨੇ, ਉਹਨਾਂ ਰੂਲਾਂ ਨੂੰ ਅਤੇ ਇੰਟਰਨੈੱਟ ਨੂੰ ਜੋ ਆਪਾਂ ਇਕੱਠਾ ਜੋੜੀਏ, ਠੀਕ ਹੈ, ਤਾਂ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਸਾਈਬਰ ਲੋਜ਼। ਓਕੇ, ਇਨ ਸ਼ੋਰਟ ਸਾਈਬਰ ਲੋ ਇਜ਼ ਦਾ law ਗਵਰਨਿੰਗ ਦੀ ਕੰਪਿਊਟਰਸ ਐਂਡ ਇੰਟਰਨੈਟ। ਜੇ ਆਪਾਂ ਇਨ ਸ਼ੋਰਟ ਨੂੰ ਸਮਝਣਾ ਹੈ ਕਿ ਤੁਸੀਂ ਇੰਨਾ ਕੁਝ ਸਮਝ ਲਿਆ ਉਰੇ ਤੱਕ, ਪੂਰੀ ਚੀਜ਼ ਪੜ੍ਹ ਲਈ ਉਰੇ ਤੱਕ, ਅਤੇ ਤਾਂ ਵੀ ਤੁਹਾਨੂੰ ਕੁਝ ਨਹੀਂ ਸਮਝ ਆਇਆ, ਤੁਸੀਂ ਬਸ ਇੰਨਾ ਸਮਝ ਲਓ ਕਿ ਜੋ ਰੂਲਸ ਕੰਪਿਊਟਰ ਉੱਪਰ ਲਾਗੂ ਹੋ ਰਹੇ ਨੇ ਅਤੇ ਇੰਟਰਨੈਟ ਉੱਪਰ ਲਾਗੂ ਹੋ ਰਹੇ ਨੇ, ਉਹਨਾਂ ਰੂਲਾਂ ਨੂੰ ਆਪਾਂ ਸਾਈਬਰ ਲੋ ਕਹਿੰਦੇ ਹਾਂ। ਬਸ ਤੁਹਾਨੂੰ ਇੰਨਾ ਕੁ ਸਮਝਣ ਦੀ ਕੋਸ਼ਿਸ਼ ਕਰਨੀ, ਠੀਕ ਹੈ। ਉਸ ਤੋਂ ਬਾਅਦ ਗਰੋਥ ਆਫ ਦੀ ਇਲੈਕਟ੍ਰੋਨਿਕ ਕਮਰਸ ਹੈਜ਼ ਪ੍ਰੋਬਲਡ ਦੀ ਨੀਡ ਆਫ ਦੀ ਵਾਈਬਰੈਂਟ ਐਂਡ ਇਫੈਕਟਿਵ ਰੈਗੂਲੇਟਿੰਗ ਮੈਕੈਨਿਜ਼ਮਸ which would further strengthen the legal infrastructure so crucial to success of the electronic commerce। ਕਹਿਣ ਦਾ ਭਾਵ ਕਿ ਆਪਣੇ ਇਸ ਇਲੈਕਟ੍ਰੋਨਿਕ ਕਮਰਸ ਦੇ ਵਿੱਚ, ਠੀਕ ਹੈ, ਮਤਲਬ ਕਿ ਇਸ ਚੀਜ਼ ਦੀ ਲੋੜ ਪਈ ਕਿ ਸਾਨੂੰ ਇੱਕ ਇਫੈਕਟਿਵ ਰੈਗੂਲੇਟਰੀ ਮੈਕੈਨਿਜ਼ਮ ਚਾਹੀਦਾ ਜਿਸ ਨਾਲ ਜਿਹੜਾ ਇਲੈਕਟ੍ਰੋਨਿਕ ਕਮਰਸ ਹੈ ਉਹ ਸਟਰੈਂਥਨ ਬਣੇ ਕਿਸ ਵਿੱਚ, ਲੀਗਲ ਇਨਫਰਾਸਟਰਕਚਰ ਵਿੱਚ, ਤਾਂ ਕਿ ਇਸ ਦੀ ਸਕਸੈਸ ਹੋਰ ਵੱਧਦੀ ਜਾਵੇ, ਇਹ ਹੋਰ ਡਿਵੈਲਪ ਹੁੰਦਾ ਜਾਵੇ। ਜੇ ਇਸ ਦੇ ਉੱਪਰ ਆਪਾਂ ਲੀਗਲੀ ਇਨਫਰਾਸਟਰਕਚਰ ਡਿਵੈਲਪ ਨਹੀਂ ਕਰਾਂਗੇ, ਯਾਨੀ ਕਿ ਲੀਗਲੀ ਕੁਛ ਰੈਗੂਲੇਟਰਸ ਨਹੀਂ ਬਣਾਵਾਂਗੇ, ਜਿਸ ਨਾਲ ਇਹ ਜੇ ਆਪਾਂ ਨਹੀਂ ਬਣਾਉਂਦੇ ਚੀਜ਼ ਤਾਂ ਉਹ ਵੀਕ ਹੋ ਜਾਏਗਾ। ਹਰੇਕ ਕੋਈ ਬੰਦਾ ਆਪਣੇ ਤਰੀਕੇ ਨਾਲ ਯੂਜ਼ ਕਰੇਗਾ ਉਸ ਨੂੰ, ਠੀਕ ਹੈ। ਹਰੇਕ ਇਨਸਾਨ ਉਸ ਦਾ ਯੂਸੇਜ ਆਪਣੇ ਤਰੀਕੇ ਨਾਲ ਕਰੇਗਾ। ਜੇ ਆਪਾਂ ਇੱਕ ਵਰਡ ਨਾ ਕਹੀਏ ਤਾਂ ਇਸ ਨੂੰ ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦਾ ਮਿਸਯੂਜ਼ ਹੋ ਜਾਏਗਾ। ਉਦੋਂ ਉਹ ਮਿਸਯੂਜ਼ ਨਾ ਹੋਵੇ ਅਤੇ ਇਹ ਜਿਹੜਾ ਇਲੈਕਟ੍ਰੋਨਿਕ ਕਮਰਸ ਆ ਹੋਰ ਡਿਵੈਲਪ ਹੋਵੇ, ਆਪਣੀ ਲਾਈਫ ਇਹਦੀ ਜਿਹੜੀ ਹੈ ਹੋਰ ਵੱਧਦੀ ਜਾਵੇ, ਤਾਂ ਕਿ ਆਉਣ ਵਾਲੀ ਜਨਰੇਸ਼ਨ ਵੀ ਇਸ ਦੇ ਯੂਜ਼ ਨਾਲ ਆਪਣੀ ਤਰੱਕੀ ਹੋਰ ਕਰ ਸਕੇ। ਸਮਝ ਰਹੇ ਕਿ ਅੱਜ ਦਾ ਜਿਹੜਾ ਮਨੁੱਖ ਹੈ ਉਹ ਇਸ ਨੈੱਟ ਦੀ, ਇਸ ਇੰਟਰਨੈੱਟ ਨੂੰ ਯੂਜ਼ ਕਰਕੇ ਪਤਾ ਨਹੀਂ ਕੀ ਕਰਦਾ ਜਾ ਰਿਹਾ। ਕਿਉਂ ਕਰਦਾ ਜਾ ਰਿਹਾ? ਇਸੇ ਕਰਕੇ ਕਰਦਾ ਜਾ ਰਿਹਾ ਕਿਉਂਕਿ ਇੰਟਰਨੈੱਟ ਦੇ ਉੱਪਰ ਕੁਝ ਲੋਸ ਨੇ, ਕੁਝ ਰੂਲਸ ਨੇ, ਕੁਝ ਰੈਗੂਲੇਸ਼ਨ ਨੇ, ਜਿਹਦੇ ਕਰਕੇ ਇੰਟਰਨੈੱਟ ਇੱਕ ਮਜ਼ਬੂਤ ਸਥਿਤੀ ਵਿੱਚ ਹੈ। ਮਜ਼ਬੂਤ ਸਥਿਤੀ 'ਚ ਹੋਣ ਕਰਕੇ ਹੀ ਉਸ ਦਾ ਯੂਸੇਜ ਜਿਹੜਾ ਹੋਰ ਬੈਟਰ ਵੇ ਨਾਲ ਕੀਤਾ ਜਾ ਰਿਹਾ, ਠੀਕ ਹੈ। ਆਲ ਦਿਸ ਰੈਗੂਲੇਟਰੀਜ਼ mechanism and legal infrastructure come with the domain of the cyber law. Then cyber law is important because it touches almost all aspects of the transactions and activities on involving the internet, world wide web, cyberspace. Every action and reaction in the cyberspace, some legal and some legal perspectives. Then मतलब कि साइबर लॉ ਇਹ ਤਾਂ ਇੰਪੋਰਟੈਂਟ ਹੈ ਹੀ ਹੈ, ਇਹ ਹਰ ਇੱਕ ਚੀਜ਼ ਨਾਲ ਇੰਪੋਰਟੈਂਟ ਰੱਖਦਾ। ਦੈਨ ਕੋਈ ਵੀ ਕੋਈ ਟ੍ਰਾਂਜੈਕਸ਼ਨ ਹੋ ਜਾਏ ਤਾਂ ਵੀ ਉੱਥੇ ਸਾਈਬਰ ਲੋਸ ਕੰਮ ਆਉਣਗੇ, ਕੋਈ ਐਕਟੀਵਿਟੀ ਚੱਲ ਰਹੀ ਹੈ ਤਾਂ ਵੀ ਉੱਥੇ ਸਾਈਬਰ ਲੋਸ ਕੰਮ ਆਉਣਗੇ। ਦੈਨ ਉਸ ਵਿੱਚ ਭਾਵੇਂ ਇੰਟਰਨੈਟ ਇਨਵੋਲਵ ਹੈ, ਵਰਲਡ ਵਾਈਡ ਵੈਬ ਇਨਵੋਲਵ ਹੈ, ਸਾਈਬਰ ਸਪੇਸ ਇਨਵੋਲਵ ਹੈ, ਠੀਕ ਹੈ ਫਰੈਂਡਸ। ਉਸ ਤੋਂ ਬਾਅਦ ਅੱਗੇ ਦੇਖੋ, ਕਹਿੰਦੇ ਸਾਈਬਰ ਲੋ ਇਨਕੰਪੈਸਿਸ ਲੋ ਰਿਲੇਟਿੰਗ ਟੂ ਦਾ, ਜਿਹੜੇ ਸਾਈਬਰ ਲੋ ਹੈ ਕਿਸ ਨਾਲ ਰਿਲੇਟ ਕਰਨਗੇ। ਜੇ ਆਪਾਂ ਨੂੰ ਸਮਝਣਾ ਪਵੇ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਜੋ ਕੰਪਿਊਟਰ ਅਤੇ ਨੈੱਟ ਨੂੰ ਯਾਨੀ ਕਿ ਇੰਟਰਨੈੱਟ ਨੂੰ ਗਵਰਨ ਕਰਦੇ ਨੇ ਉਹਨੂੰ ਆਪਾਂ ਸਾਈਬਰ ਲੋਸ ਕਹਿੰਦੇ ਹਾਂ। ਮਗਰ ਇਹ ਸਾਈਬਰ ਲੋਸ ਦੇ ਕੁਝ ਡੈਫੀਨੇਸ਼ਨਸ ਤਾਂ ਹੋਣਗੀਆਂ ਕਿ ਇਹ ਸਾਈਬਰ ਲੋਸ ਦੇ ਅੰਦਰ ਕੀ ਹੈ। ਸਾਈਬਰ ਲੋਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਇਹ ਕਿਹਦੇ ਨਾਲ ਰਿਲੇਟ ਕਰਦੇ ਨੇ, ਸਾਈਬਰ ਕ੍ਰਾਈਮਸ ਨਾਲ, ਠੀਕ ਹੈ। ਜੇ ਕੋਈ ਕ੍ਰਾਈਮ ਹੈ, ਸਾਈਬਰ ਕ੍ਰਾਈਮ ਹੈ। ਇਲੈਕਟ੍ਰੋਨਿਕ ਡਿਜੀਟਲ ਸਿਗਨੇਚਰ ਨਾਲ ਇਹ ਰਿਲੇਟ ਕਰਦੇ ਨੇ। ਦੈਨ ਇੰਟਲੈਕਚੁਅਲ ਪ੍ਰੋਪਰਟੀ ਨਾਲ, ਡਾਟਾ ਪ੍ਰੋਟੈਕਸ਼ਨ ਐਂਡ ਪ੍ਰਾਈਵੇਸੀ ਨਾਲ, ਇਹਨਾਂ ਚਾਰਾਂ ਚੀਜ਼ਾਂ ਨਾਲ ਰਿਲੇਟ ਕਰਦੇ ਨੇ। ਇਹਨਾਂ ਚਾਰਾਂ ਚੀਜ਼ਾਂ ਉੱਪਰ ਹੀ ਰੂਲਸ ਬਣਦੇ ਨੇ। ਸਾਈਬਰ ਕ੍ਰਾਈਮਸ ਉੱਪਰ ਰੂਲਸ ਬਣਦੇ ਨੇ, ਦੈਨ ਇਲੈਕਟ੍ਰੋਨਿਕ ਐਂਡ ਡਿਜੀਟਲ ਸਿਗਨੇਚਰਸ ਉੱਪਰ ਰੂਲਸ ਬਣਦੇ ਨੇ, ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਉੱਪਰ ਮਤਲਬ ਕਿ ਰੂਲਸ ਬਣਦੇ ਨੇ, ਡਾਟਾ ਪ੍ਰੋਟੈਕਸ਼ਨ ਐਂਡ ਪ੍ਰਾਈਵੇਸੀ ਉੱਪਰ ਰੂਲਸ ਬਣਦੇ ਨੇ। ਤਾਂ ਆਲਰੇਡੀ ਡਾਟਾ ਪ੍ਰੋਟੈਕਸ਼ਨ ਪ੍ਰਾਈਵੇਸੀ ਉੱਪਰ ਇੱਕ ਬਿੱਲ ਆ ਚੁੱਕਾ ਹੈ ਜਿਸ ਦੇ ਨਾਲ ਜੋ ਇੱਕ ਸਟੈਂਡਿੰਗ ਕਮੇਟੀ ਦੇ ਅੰਡਰ ਗਿਆ ਹੋਇਆ। ਦੈਨ ਉਹ ਕਮੇਟੀ ਇਹ ਕੀ ਨਾਮ ਹੈ ਇਹਨੂੰ ਉਹ ਕਰ ਰਹੀ ਹੈ, ਐਗਜ਼ਾਮਿਨ ਕਰ ਰਹੀ ਹੈ ਕਿ ਇਸ ਵਿੱਚ ਕਿਹੜੇ ਫਲॉस ਨੇ ਅਤੇ ਕਿਹੜੇ ਪ੍ਰੋਸ ਨੇ, ਕਿਹੜੇ ਕੌਨਸ ਨੇ। ਚਲੋ ਅੱਗੇ ਆਪਾਂ ਹੁਣ ਹਿਸਟਰੀ ਆਫ ਇੰਟਰਨੈਟ ਅਤੇ ਵਰਲਡ ਵਾਈਡ ਵੈਬ ਬਾਰੇ ਜਾਣਾਂਗੇ। ਦੈਨ ਹੁਣ ਤੱਕ ਆਪਣੇ ਡੈਫੀਨੇਸ਼ਨਸ ਪੜ੍ਹੀਆਂ ਸੀ, ਹੁਣ ਆਪਾਂ ਹਿਸਟਰੀ ਜਾਣਾਂਗੇ ਇੰਟਰਨੈਟ ਦੀ ਅਤੇ ਵਰਲਡ ਵਾਈਡ ਵੈਬ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਸਮਝੋ ਇੰਟਰਨੈਟ ਹੈ ਕੀ ਹੈ। ਇੱਕ ਤਰ੍ਹਾਂ ਦਾ ਗਲੋਬਲ ਸਿਸਟਮ ਹੈ, ਕਾਹਦਾ, ਆਫ ਇੰਟਰਕਨੈਕਟਿਡ ਕੰਪਿਊਟਰ ਨੈਟਵਰਕਸ ਦਾ। ਦੈਨ ਕੀ ਕਰਦਾ ਹੈ ਇਹ, ਕੀ ਇਸ ਨੂੰ ਯੂਜ਼ ਕਰਦਾ ਹੈ, ਇਹ ਸਟੈਂਡਰਡਾਈਜ਼ ਇੰਟਰਨੈਟ ਪ੍ਰੋਟੋਕੋਲ ਸੂਟ ਨੂੰ ਯੂਜ਼ ਕਰਦਾ ਹੈ, ਠੀਕ ਹੈ। ਅਤੇ ਜੇ ਆਪਾਂ ਓਵਰਆਲ ਕਹਾਈਏ ਕਿ ਇੰਟਰਨੈਟ ਹੈ ਕੀ ਹੈ, ਇੱਕ ਤਰ੍ਹਾਂ ਦਾ ਨੈਟਵਰਕ ਆਫ ਨੈਟਵਰਕਸ ਹੈ ਡੈਟ ਕੰਸਿਸਟ ਆਫ, ਜਿਸ ਵਿੱਚ ਕੀ ਪਾਇਆ ਜਾਂਦਾ, ਮਿਲੀਅਨਸ ਆਫ ਪ੍ਰਾਈਵੇਟ, ਪਬਲਿਕ, ਅਕੈਡਮਿਕ, ਬਿਜ਼ਨਸ ਐਂਡ ਗੌਰਮੈਂਟ ਨੈਟਵਰਕਸ ਆਫ ਲੋਕਲ ਐਂਡ ਟੂ ਦਾ ਗਲੋਬਲ ਸਪੇਸ।
ਜੋ ਇੱਕ ਦੂਜੇ ਨੂੰ ਲਿੰਕ ਕਰਦੀਆਂ ਨੇ। ਡਨ, ਕਿਸ ਤਰ੍ਹਾਂ ਲਿੰਕ ਕਰਦੀਆਂ ਨੇ? ਬਾਈ ਕੋਪਰ ਵਾਇਰਸ, ਫਾਈਬਰਿਕ ਆਪਟੀਕਲ ਕੇਬਲਸ, ਵਾਇਰਲੈਸ ਕਨੈਕਸ਼ਨਸ ਐਂਡ ਅਦਰ ਟੈਕਨੋਲੋਜੀਜ਼। ਡਨ, ਹੁਣ ਉਦੋਂ ਤੱਕ ਤੁਸੀਂ ਸਮਝੇ ਹੋਣੇ ਇੰਟਰਨੈਟ ਕੀ ਹੈ। ਠੀਕ ਹੈ, ਇੱਕ ਨੈਟਵਰਕ ਆਫ ਨੈਟਵਰਕਸ ਹੈ। ਡਨ, ਜਿਸ ਵਿੱਚ ਸਾਡੇ ਕੋਲ ਪ੍ਰਾਈਵੇਟ, ਪਬਲਿਕ, ਅਕੈਡਮਿਕ, ਬਿਜ਼ਨਸ, ਗੌਰਮੈਂਟ ਹਰ ਇੱਕ ਤਰ੍ਹਾਂ ਦੇ ਸਾਨੂੰ ਨੈਟਵਰਕਸ ਦੇਖਣ ਨੂੰ ਮਿਲਦੇ ਨੇ, ਲੋਕਾਂ ਤੋਂ ਲੈ ਕੇ ਗਲੋਬਲ ਤੱਕ। ਡਨ, ਅਤੇ ਜਿਹੜੇ ਨੈਟਵਰਕਸ ਨੇ ਅਤੇ ਜੋ ਇੱਕ ਦੂਜੇ ਨੂੰ ਲਿੰਕ ਕਰ ਰਹੇ ਨੇ, ਇਹ ਕਿਸ ਤਰੀਕੇ ਨਾਲ ਲਿੰਕ ਕਰ ਰਹੇ ਨੇ, ਕਿਸ ਦੇ ਜ਼ਰੀਏ ਲਿੰਕ ਕਰ ਰਹੇ ਨੇ? ਕੋਪਰ ਵਾਇਰਸ ਦੁਆਰਾ, ਫਾਈਬਰ ਆਪਟਿਕ ਕੇਬਲਸ ਦੁਆਰਾ, ਵਾਇਰਲੈਸ ਕਨੈਕਸ਼ਨਸ ਦੁਆਰਾ ਅਤੇ ਅਦਰ ਟੈਕਨੋਲੋਜੀਜ਼ ਦੁਆਰਾ। ਡਨ, ਇਸ ਤਰੀਕੇ ਨਾਲ ਲੋਕ ਕਨੈਕਟ ਕਰ ਰਹੇ ਨੇ। ਜੇ ਤੁਹਾਨੇ ਹੁਣੇ ਸੁਣਿਆ ਹੋਣਾ ਕਿ ਚੇਨਈ ਤੋਂ ਪੋਰਟ ਬਲੇਅਰ ਦਾ ਇੱਕ ਕੇਬਲ ਵਿਛਾਈ ਗਈ ਹੈ ਇੰਟਰਨੈਟ ਦੀ। ਡਨ, ਵਿਛਾਈ ਗਈ ਹੈ ਨਾ, ਅਤੇ ਉਰੋਂ ਦੀ ਜਿਹੜੀ ਕੇਬਲ ਜਾ ਰਹੀ ਹੈ, ਇਸ ਵਿੱਚ ਕੀ ਹੈ? ਬਹੁਤ ਸਾਰੇ ਨੈਟਵਰਕਸ ਨੇ। ਡਨ, ਉਹੀ ਗੱਲ ਕਰ ਰਿਹਾ ਨਾ ਔਰ ਕਿ ਇਹਨਾਂ ਸਾਰੇ ਕੇਬਲਸ ਵਿੱਚ ਜਿਹੜੀ ਇਹ ਵੱਡੀ ਕੇਬਲ ਜਾ ਰਹੀ ਹੈ, ਇਸ ਵਿੱਚ ਸਾਰੇ ਨੈਟਵਰਕਸ ਨੇ। ਡਨ, ਉਹ ਭਾਵੇਂ ਪਬਲਿਕ ਹੋ ਸਕਦੇ ਹੈ, ਪ੍ਰਾਈਵੇਟ ਹੋ ਸਕਦੇ ਹੈ, ਅਕੈਡਮਿਕ ਹੋ ਸਕਦੇ ਹੈ, ਬਿਜ਼ਨਸ ਹੋ ਸਕਦੇ ਹੈ। ਇਹ ਸਾਰੇ ਕੇਬਲਸ ਇਸ ਕੀ ਨਾਮ ਹੈ ਫਾਈਬਰਿਕ ਆਪਟਿਕ ਕੇਬਲਸ ਨਾਲ ਪੋਰਟ ਬਲੇਅਰ 'ਚ ਜਾ ਰਹੇ ਨੇ, ਅੰਡੇਮਾਨ ਨਿਕੋਬਾਰ ਵਿੱਚ ਜਾ ਰਹੇ ਨੇ। ਠੀਕ ਹੈ, ਅਤੇ ਉੱਥੇ ਉਹ ਇਹ ਕਨੈਕਟੀਵਿਟੀ ਪ੍ਰੋਵਾਈਡ ਕਰ ਰਹੇ ਨੇ। ਠੀਕ ਹੈ, ਇੱਕ ਐਗਜ਼ਾਮਪਲ ਦੇ ਰਿਹਾ ਸੀ ਤੁਹਾਨੂੰ ਮੈਂ। The internet carries a vast array of information, resources, services, most notably the interlinked hypertext documents of World Wide Web and the infrastructure to support the electronic mail, in addition to popular services such as online chat, file transfer करनी, file sharing करनी, online gaming ਚਲਾਣੀ, voice over internet protocol, person to person communication, voice ਦੁਆਰਾ ਹੈ ਅਤੇ ਵੀਡੀਓ ਦੁਆਰਾ। ਡਨ, ਹੁਣ ਉਰੇ ਤੱਕ ਆਪਾਂ ਨੇ ਕੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇੰਟਰਨੈਟ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਨੂੰ ਕੈਰੀ ਕਰਦਾ ਹੈ। ਦੈਨ ਬਹੁਤ ਸਾਰੇ ਰਿਸੋਰਸਿਸ ਦੁਆਰਾ ਜਿਹੜੀ ਵੀ ਉਹਨਾਂ ਕੋਲ ਇਨਫੋਰਮੇਸ਼ਨ ਹੈ, ਉਹ ਹਰੇਕ ਚੀਜ਼ ਨੂੰ ਮਤਲਬ ਕਿ ਕੈਰੀ ਕਰਕੇ ਚੱਲਦਾ ਹੈ। ਦੈਨ ਅਤੇ ਮੋਸਟ ਨੋਟੈਬਲੀ ਦਾ ਇੰਟਰਲਿੰਕਡ ਹਾਈਪਰ ਟੈਕਸਟ ਡਾਕੂਮੈਂਟਸ ਆਫ ਵਰਲਡ ਵਾਈਡ ਵੈਬ। ਦੈਨ ਇਹਦੇ ਜਿੰਨੇ ਵੀ ਡਾਕੂਮੈਂਟਸ ਉਹਨਾਂ ਨੂੰ ਕੈਰੀ ਕਰਦਾ। ਠੀਕ ਹੈ, ਅਤੇ ਇੱਕ ਤਰ੍ਹਾਂ ਦਾ ਇਨਫਰਾਸਟਰਕਚਰ ਹੈ ਜੋ ਸਪੋਰਟ ਕਰਦਾ ਇਲੈਕਟ੍ਰੋਨਿਕਸ ਮੇਲ ਨੂੰ। ਦੈਨ ਤੁਹਾਡੀ ਔਨਲਾਈਨ ਚੈਟ ਨੂੰ ਸਪੋਰਟ ਕਰਦਾ, ਜਿਹੜੀ ਤੁਹਾਡੀ ਵਟਸਐਪ 'ਤੇ ਚੈਟ ਹੈ ਜਾਂ ਕੋਈ ਵਿਦ ਚੈਟ ਹੈ, ਉਸਨੂੰ ਸਪੋਰਟ ਕਰ ਰਹੇ ਨਾ। ਇੱਕ ਇਨਫਰਾਸਟਰਕਚਰ ਤਿਆਰ ਕੀਤਾ ਹੋਇਆ ਇੰਟਰਨੈਟ ਨੇ, ਜਿਹਦੇ ਦੁਆਰਾ ਤੁਹਾਨੂੰ ਇਹ ਲਿੰਕ ਮਿਲ ਰਿਹਾ, ਤੁਸੀਂ ਇੱਕ ਦੂਜੇ ਨਾਲ ਲਿੰਕ ਕਰ ਪਾ ਰਹੇ ਹੋ, ਇੱਕ ਦੂਜੇ ਨੂੰ ਮੈਸੇਜ ਭੇਜ ਪਾ ਰਹੇ ਹੋ, ਦੈਨ ਫਾਈਲ ਟਰਾਂਸਫਰ ਕਰ ਪਾ ਰਹੇ ਹੋ। ਦੈਨ ਇਹ ਕਿਸ ਦੁਆਰਾ ਹੋ ਰਿਹਾ? ਨੈੱਟ ਦੁਆਰਾ ਹੀ ਹੋ ਰਿਹਾ, ਇੰਟਰਨੈਟ ਦੁਆਰਾ ਹੀ ਹੋ ਰਿਹਾ। ਦੈਨ ਹੋਰ ਕਿਸੇ ਚੀਜ਼ ਦੁਆਰਾ ਥੋੜ੍ਹਾ ਹੋ ਰਿਹਾ। ਓਕੇ, ਸ਼ੇਅਰ ਕਰ ਪਾ ਰਹੇ ਹੋ। ਦੈਨ ਸਮਝ ਗਏ? ਜੇ ਹੁਣ ਆਪਾਂ ਗੱਲ ਕਰੀਏ ਇਹਦੀ ਹਿਸਟਰੀ ਦੀ, ਤਾਂ ਓਰੀਜਨ ਕਦੋਂ ਹੋਈ? ਓਰੀਜਨ ਹੋਈ ਇੰਟਰਨੈਟ ਦੀ dates back to the 1960. Then when the United States funded research projects of its military agencies to build the robust fault-tolerant distributed computer networks. This research and the period of civilian funding of new US backbone by the National Science Foundation spurred worldwide participation in the developing of the new networking technologies and led to the commercialization of the internet network in the mid-90s. And result in falling populations of the countless application in virtually every aspect of the modern human life. ਓਕੇ, ਹੁਣ ਉਰੇ ਤੱਕ ਆਪਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਨੈਸ਼ਨਲ ਸਾਇੰਸ ਫਾਊਂਡੇਸ਼ਨ ਸੀ ਜੋ ਇਹਦਾ ਬੈਕਬੋਨ ਸੀ। ਦੈਨ 1960 ਦੇ ਵਕਤ ਇਸ ਦੇ ਸਹਾਰੇ ਹੀ ਆਪਾਂ ਜੋ ਵੀ ਆਪਾਂ ਰਿਸਰਚ ਕੀਤੀ, ਸਾਡੇ ਸਾਇੰਟਿਸਟ ਨੇ, ਦੈਨ US ਦੇ ਜੋ ਵੀ ਸਾਇੰਟਿਸਟ ਸੀ, ਉਹਨਾਂ ਨੇ ਜੋ ਵੀ ਰਿਸਰਚ ਕੀਤੀ, ਉਹਨਾਂ ਦੇ ਰਿਸਰਚਿਸ ਨੂੰ ਇੱਕ ਬੈਕਬੋਨ ਮਿਲੀ ਕਿਸ ਦੀ? ਨੈਸ਼ਨਲ ਸਾਇੰਸ ਫਾਊਂਡੇਸ਼ਨ ਦੀ, ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਆ ਰਹੇ ਸੀ ਉਸ ਨੂੰ ਲਿੰਕ ਕਰਵਾਇਆ। ਦੈਨ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਕਿਸ ਤਰੀਕੇ ਨਾਲ ਆਪਾਂ ਇੱਕ ਗਲੋਬਲ ਸਪੇਸ 'ਤੇ ਲੈ ਕੇ ਜਾ ਸਕੀਏ। ਦੈਨ ਤਾਂ ਉਸ ਨੂੰ ਹੌਲੀ ਡਿਵੈਲਪ ਕਰਦਿਆਂ ਮਿਡ 1990 ਜਾਂ ਆਪਾਂ ਗੱਲ ਕਰੀਏ ਮਿਡ 1990 ਵਿੱਚ ਤੱਕ ਇਹ ਚੀਜ਼ ਹੋਰ ਪੋਪੂਲਰਾਈਜੇਸ਼ਨ ਹੁੰਦੀ ਗਈ। ਯਾਨੀ ਕਿ ਸ਼ੁਰੂਆਤ ਤਾਂ ਉਰੋਂ ਹੀ ਹੋ ਗਈ ਸੀ, ਹੌਲੀ ਇਸ ਨੂੰ ਫੇਮ ਮਿਲਦਾ ਗਿਆ। ਮਤਲਬ ਕਿ ਇਹਨਾਂ ਦੀ ਜਿਹੜੀ ਮਿਹਨਤ ਸੀ ਉਹ ਰੰਗ ਲਿਆਉਂਦੀ ਗਈ ਅਤੇ 1990 ਤੱਕ ਇਹ ਹੌਲੀ ਡਿਵੈਲਪ ਹੋਣਾ ਸਟਾਰਟ ਹੋ ਗਿਆ। ਦੈਨ ਹੁਣ ਅੱਗੇ ਦੇਖੋ, ਕਹਿੰਦੇ ਜਿਹੜਾ ਟਰਮ ਹੈ ਇੰਟਰਨੈਟ ਐਂਡ ਵਰਲਡ ਵੈਬ, ਓਫਨ ਯੂਜ਼ ਕਰਦੇ ਹਾਂ ਆਪਾਂ, ਹਰੇਕ ਪਤਾ ਨਹੀਂ ਆਪਾਂ ਕਿੰਨੀ ਵਾਰੀ ਯੂਜ਼ ਕਰਦੇ ਹਾਂ। ਦੈਨ ਵਿਦਾਊਟ ਮਚ ਇਨ ਡਿਸਟਿੰਕਸ਼ਨ, ਹਾਊਐਵਰ ਦਾ ਇੰਟਰਨੈਟ ਐਂਡ ਵਰਲਡ ਵੈਬ ਆਰ ਨੋਟ ਵਨ ਐਂਡ ਸੇਮ। ਦੈਨ ਇਹ ਤੁਹਾਨੂੰ ਪਤਾ ਹੀ, ਜੇ ਨਹੀਂ ਪਤਾ ਤਾਂ ਤੁਹਾਨੂੰ ਅੱਜ ਪਤਾ ਲੱਗ ਜਾਏਗਾ ਕਿ ਇੰਟਰਨੈਟ ਅਤੇ ਵਰਲਡ ਵਾਈਡ ਵੈਬ ਸੇਮ ਨਹੀਂ ਨੇ। ਦੈਨ ਅਲੱਗ ਚੀਜ਼ ਨੇ। ਕਿਵੇਂ ਅਲੱਗ ਨੇ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਨੈਟ ਕੀ ਹੈ? ਇਸ ਦਾ ਗਲੋਬਲ ਡਾਟਾ ਕਮਿਊਨੀਕੇਸ਼ਨ ਸਿਸਟਮ ਹੈ। ਕੀ ਹੈ? ਗਲੋਬਲ ਡਾਟਾ ਕਮਿਊਨੀਕੇਸ਼ਨ ਸਿਸਟਮ। ਕਹਿੰਦੇ ਇਟ ਇਜ਼ ਦਾ ਹਾਰਡਵੇਅਰ ਹੈ, ਸੋਫਟਵੇਅਰ ਇਨਫਰਾਸਟਰਕਚਰ ਹੈ, ਜੋ ਪ੍ਰੋਵਾਈਡ ਕੀ ਕਰਦਾ? ਸਾਨੂੰ ਕਨੈਕਟੀਵਿਟੀ ਪ੍ਰੋਵਾਈਡ ਕਰਦਾ। ਕਿਸਨਾਂ ਵਿੱਚ? ਕੰਪਿਊਟਰਸ ਦੇ ਵਿੱਚ। ਦੈਨ
ਤੇ ਇਸ ਦੇ ਉਲਟ ਜੇ ਆਪਾਂ ਵੈਬ ਦੀ ਗੱਲ ਕਰੀਏ, ਉਹ ਇੱਕ ਤਰ੍ਹਾਂ ਦੀ ਸਰਵਿਸਿਜ਼ ਕਮਿਊਨੀਕੇਟਿਡ ਵਿਊ ਦੇ ਇੰਟਰਨੈਟ। ਕਹਿੰਦੇ ਵੈਬ ਇਜ਼ ਅ ਵਨ ਆਫ ਦੀ ਸਰਵਿਸਿਜ਼ ਹੈ। ਦੈਨ ਕਮਿਊਨੀਕੇਟ ਕਿਸ ਦੁਆਰਾ ਹੋ ਰਹੀ ਹੈ? ਸਾਨੂੰ ਇੰਟਰਨੈਟ ਦੁਆਰਾ ਹੁੰਦੀ ਹੈ, ਜਿਸ ਵਿੱਚ ਸਾਨੂੰ ਕਲੈਕਸ਼ਨ ਆਫ ਇੰਟਰਕਨੈਕਟਿਡ ਡਾਕੂਮੈਂਟਸ ਦੇਖਣ ਨੂੰ ਮਿਲਦੇ ਹੈ, ਅਦਰ ਰਿਸੋਰਸਿਸ ਦੇਖਣ ਨੂੰ ਮਿਲਦੇ ਹੈ, ਲਿੰਕਡ ਬਾਏ ਹਾਈਪਰ ਲਿੰਕਸ, ਯੂਨੀਫਾਰਮ ਰਿਸੋਰਸ ਲੋਕੇਟਰ। ਡਨ। ਕਹਿਣ ਦਾ ਭਾਵ ਕਿ ਇੰਟਰਨੈਟ ਜਿਹੜਾ ਹੈ ਇੱਕ ਤਰੀਕੇ ਨਾਲ ਗਲੋਬਲ ਡਾਟਾ ਕਮਿਊਨੀਕੇਸ਼ਨ ਸਿਸਟਮ ਹੈ। ਇਸ ਦੇ ਅੰਡਰ ਇੱਕ ਪਾਰਟ ਹੈ ਵਰਲਡ ਵਾਈਡ ਵੈਬ। ਡਨ। ਜੋ ਇੱਕ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰ ਰਿਹਾ। ਕਿਹੜੀ ਸਰਵਿਸ ਪ੍ਰੋਵਾਈਡ ਕਰ ਰਿਹਾ? ਸਾਨੂੰ ਅਲੱਗ-ਅਲੱਗ ਰਿਸੋਰਸਿਸ ਦੀ। ਤੁਸੀਂ ਕਦੇ ਵੀ ਬਰਾਊਜ਼ਿੰਗ ਕਰਦੇ ਹੋ, ਤੁਹਾਨੂੰ ਕੋਈ ਡਾਕੂਮੈਂਟ ਮਿਲਦਾ ਜਾਂ ਤੁਹਾਨੂੰ ਕੋਈ ਟੈਕਸਟ ਮਿਲਦਾ ਜਿਹਦਾ ਹਾਈਪਰ ਲਿੰਕ ਹੁੰਦਾ, ਜਿਸ ਨੂੰ ਤੁਸੀਂ ਕਲਿੱਕ ਕਰਕੇ ਅਗਲੇ ਲਿੰਕ 'ਚ ਚਲੇ ਜਾਂਦੇ ਹੋ, ਤਾਂ ਉਹ ਇੱਕ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਉਹ ਸਾਨੂੰ ਵਰਲਡ ਵਾਈਡ ਵੈਬ ਪ੍ਰੋਵਾਈਡ ਕਰਦਾ ਹੈ। ਯਾਨੀ ਕਿ ਸਾਨੂੰ ਜੋ ਵੈਬ ਹੈ ਉਹ ਪ੍ਰੋਵਾਈਡ ਕਰਦਾ ਹੈ। ਉਹ ਇੱਕ ਤਰ੍ਹਾਂ ਦੀ ਸਰਵਿਸਿਸ ਦੇ ਰਿਹਾ। ਕਿਸ ਦੁਆਰਾ ਦੇ ਰਿਹਾ? ਇੰਟਰਨੈਟ ਦੁਆਰਾ ਦੇ ਰਿਹਾ। ਡਨ। ਵਰਲਡ ਵਾਈਡ ਵੈਬ ਦਾ ਵਰਲਡ ਵਾਈਡ ਵੈਬ ਵਾਸ ਇਨਵੈਂਟਡ ਇਨ 1989 ਬਾਈ ਦੀ ਇੰਗਲਿਸ਼ ਇੱਕ ਪਰਸਨ ਦੁਆਰਾ ਹੋਇਆ, ਜੋ ਦਾ ਨਾਮ ਕੀ ਸੀ? ਟਿਮ ਬਰਨਰਸ-ਲੀ। ਜੋ ਕੌਣ ਸੀ? ਉਹ ਡਾਇਰੈਕਟਰ ਸੀ ਵਰਲਡ ਵਾਈਡ ਵੈਬ ਕੰਸੋਰਟੀਅਮ ਦਾ, ਐਂਡ ਲੇਟਰ ਅਸਿਸਟਡ ਬਾਈ ਰੋਬਰਟ ਕੈਲਿਊ ਐਂਡ ਬੈਲੇਗੇਨ, computer scientists. While both were working in CERN in Geneva, Switzerland in 1990, they proposed building a web of nodes storing the hypertext pages viewed by the browsers on network. Then and released the web in December. Overall internet usage has seen the tremendous growth from the 2000 to 2009. The number of the internet users globally rose from 394 to the 1.858 billion. ਸ਼ੁਰੂਆਤ ਦੇਖੋ ਕਿੱਥੋਂ ਦੀ ਕਿੱਥੇ ਪਹੁੰਚ ਗਈ 10 ਸਾਲਾਂ ਵਿੱਚ। ਡਨ। ਜੋ ਸਾਨੂੰ ਦੇਖਣ ਨੂੰ ਮਿਲਦਾ ਆਲਮੋਸਟ 10 ਸਾਲਾਂ ਵਿੱਚ। ਠੀਕ ਹੈ। ਤਾਂ ਸ਼ੁਰੂਆਤ ਕਿਹਨੇ ਕੀਤੀ? ਟਿਮ ਬਰਨਰਸ-ਲੀ ਨੇ ਵਰਲਡ ਵਾਈਡ ਵੈਬ ਦੀ। ਠੀਕ ਹੈ। ਅਤੇ ਹੌਲੀ ਹੌਲੀ ਹੋਰ ਪਰਸਨ ਜੁੜੇ, ਇਹਦੇ ਨਾਲ ਰੋਬਰਟ ਜੁੜਿਆ। ਡਨ। ਇੱਕ ਬੈਲਗਨ ਸਾਇੰਟਿਸਟ ਜੁੜਿਆ, ਜਿਨ੍ਹਾਂ ਦੇ ਵਰਕਿੰਗ ਨਾਲ, ਠੀਕ ਹੈ, ਜਿਨ੍ਹਾਂ ਨੇ ਵਰਕ ਕੀਤਾ। ਡਨ। ਅਤੇ ਉਹਨਾਂ ਨੇ ਜੋ ਵੀ ਆਪਣਾ ਵਰਕ ਕੀਤਾ ਉਹ ਜਨੀਵਾ ਸਵਿਟਜ਼ਰਲੈਂਡ ਦੇ SCRN ਵਿੱਚ ਕੀਤਾ। ਡਨ। CERN ਇੱਕ ਇੰਸਟੀਟਿਊਟ ਹੈ ਜਿਸ ਦੇ ਅੰਡਰ ਉਹਨਾਂ ਨੇ ਆਪਣੇ ਜੋ ਵੀ ਰਿਸਰਚ ਸੀ ਉਹ ਵਰਕ ਕੀਤੇ। ਡਨ। ਜਿਨ੍ਹਾਂ ਨੇ ਆਪਣੀ ਮਿਹਨਤ ਰੰਗ ਲਿਆਉਂਦੀ ਅਤੇ ਇੱਕ ਵਰਲਡ ਵਾਈਡ ਵੈਬ ਇਨਵੈਂਟ ਕੀਤਾ। ਡਨ। ਅਤੇ ਇਹਨਾਂ ਨੇ 1990 ਵਿੱਚ ਇੱਕ ਪ੍ਰਪੋਜ਼ ਕੀਤਾ। ਕੀ ਪ੍ਰਪੋਜ਼ ਕੀਤਾ? ਆ ਬਿਲਡਿੰਗ ਆ ਵੈਬ ਆਫ ਨੋਟਸ, ਜਿਸ ਵਿੱਚ ਹਾਈਪਰਟੈਕਸਟ ਪੇਜਿਸ ਰੱਖੇ ਗਏ, ਸਟੋਰ ਕੀਤੇ ਗਏ। ਡਨ। ਜੋ ਸਾਨੂੰ ਬਰਾਊਜ਼ਰਸ ਦੁਆਰਾ ਆਪਾਂ ਦੇਖ ਸਕਦੇ ਸੀ, ਜੋ ਅਸੀਂ ਬਰਾਊਜ਼ਰ ਸੀ ਨਾ, ਜੋ ਅਸੀਂ ਦੇਖ ਸਕਦੇ ਸੀ ਉਹਨਾਂ ਨੈਟਵਰਕ। ਐਂਡ ਇਹਨਾਂ ਨੇ ਇਹ ਜਿਹੜਾ ਵੈਬ ਆਫ ਨੋਟ ਸੀ ਉਸ ਨੂੰ ਰਿਲੀਜ਼ ਕਰਤਾ ਇਨ ਦਸੰਬਰ ਵਿੱਚ। ਡਨ। ਤਾਂ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖ ਹੀ ਸਕਦੇ ਹੋ ਕੀ ਹੋਇਆ। ਬਾਈ 2010 22% ਆਫ ਦੀ ਵਰਲਡ ਪਾਪੂਲੇਸ਼ਨ ਹੈਡ ਐਕਸੈਸ ਟੂ ਦ ਕੰਪਿਊਟਰਸ ਵਿਦ 1 ਬਿਲੀਅਨ ਗੂਗਲ ਸਰਚਿਸ ਐਵਰੀ ਡੇ, 300 ਮਿਲੀਅਨ ਇੰਟਰਨੈਟ ਯੂਜ਼ਰਸ ਰੀਡਿੰਗ ਬਲੌਗਸ, 2 ਬਿਲੀਅਨ ਵੀਡੀਓਜ਼ ਵਿਊਡ ਡੇਲੀ ਔਨ ਦਾ YouTube। ਅੱਜ ਤਾਂ ਇਸਦਾ ਡਾਟਾ ਹੋਰ ਵੱਧ ਚੁੱਕਾ ਹੈ। ਡਨ। ਕਹਿੰਦੇ ਆਫਟਰ ਇੰਗਲਿਸ਼ 27% ਦਾ ਮੋਸਟ ਰਿਕੁਐਸਟਡ ਲੈਂਗੁਏਜਸ ਔਨ ਦਾ ਵਰਲਡ ਵਾਈਡ ਵੈਬ ਆਰ ਚਾਈਨੀਜ਼ ਨੇ। ਠੀਕ ਹੈ। 23%, ਸਪੈਨਿਸ਼ 8% ਨੇ, ਜੈਪਨੀਜ਼ 5% ਨੇ, ਪੋਰਤੂਗੀਜ਼ ਐਂਡ ਜਰਮਨ 4% ਨੇ, ਅਰੈਬਿਕ, ਫਰੈਂਚ ਐਂਡ ਰਸ਼ੀਅਨ 3% ਨੇ ਈਚ, ਕੋਰੀਅਨ 2% ਨੇ। ਬਾਈ ਰੀਜਨ ਜੇ ਆਪਾਂ ਗੱਲ ਕਰੀਏ ਤਾਂ 42% ਆਫ ਦੀ ਵਰਲਡ ਜਿਹੜੇ ਨੇ ਉਹ ਏਸ਼ੀਆ ਤੋਂ ਬਿਲੋਂਗ ਕਰਦੇ ਨੇ, 24% ਜਿਹੜੇ ਨੇ ਉਹ ਯੂਰਪ ਤੋਂ ਬਿਲੋਂਗ ਕਰਦੇ ਨੇ। ਠੀਕ ਹੈ। ਬਾਈ ਰੀਜਨ ਦੇ ਹਿਸਾਬ 'ਚ ਦੇਖੇ ਕਿ ਇੰਟਰਨੈਟ ਯੂਸੇਜ ਸਭ ਤੋਂ ਜ਼ਿਆਦਾ ਕਿੱਥੇ ਹੈ, ਤਾਂ ਏਸ਼ੀਆ 'ਚ ਸਭ ਤੋਂ ਜ਼ਿਆਦਾ 42% ਹੈ, 24% ਯੂਰਪ ਵਿੱਚ ਹੈ, 14% ਨਾਰਥ ਅਮਰੀਕਾ ਵਿੱਚ ਹੈ, 10% ਲੈਟਿਨ ਅਮਰੀਕਾ ਵਿੱਚ ਹੈ। ਕੈਰੇਬੀਅਨ ਵਿੱਚ ਆਪਾਂ ਨੂੰ ਦੇਖਣ ਨੂੰ ਜੇ ਆਪਾਂ ਗੱਲ ਕਰੀਏ ਤਾਂ ਆਲਮੋਸਟ 10% ਦੇ ਅੰਡਰ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ। ਅਫਰੀਕਾ 6% ਹੈ, ਤਾਂ ਮਿਡਲ ਈਸਟ ਵਿੱਚ 3% ਹੈ, ਅਤੇ 1% ਆਸਟ੍ਰੇਲੀਆ ਵਿੱਚ ਹੈ। ਇਹ ਸਾਰੀ ਚੀਜ਼ਾਂ ਸਾਨੂੰ ਦੇਖਣ ਨੂੰ, ਇਹ ਡਾਟਾ ਚੇਂਜ ਵੀ ਹੋ ਸਕਦਾ ਅੱਜ ਦੇ ਹਿਸਾਬ 'ਚ ਜੇ ਆਪਾਂ ਲਾਈਏ 2020 ਦੇ ਹਿਸਾਬ 'ਚ ਡਾਟਾ ਹੌਲੀ ਹੌਲੀ ਚੇਂਜ ਵੀ ਹੋ ਸਕਦਾ ਹੈ। ਇਹ ਤੁਹਾਨੂੰ ਸਿਰਫ ਇੱਕ ਸਮਝਾਉਣ ਲਈ ਹੈ ਕਿ ਵਰਲਡ ਵਾਈਡ ਵੈਬ ਅਤੇ ਜਿਹੜਾ ਇੰਟਰਨੈਟ ਉਹ ਅਲੱਗ-ਅਲੱਗ ਚੀਜ਼ਾਂ ਨੇ। ਡਨ। ਤਾਂ ਤੁਹਾਨੂੰ ਇਹ ਦੱਸਣ ਲਈ ਹੈ ਕਿ ਕਿਸ ਤਰ੍ਹਾਂ ਕਿਸ ਚੀਜ਼ ਦੀ ਸਟਾਰਟ ਹੋਈ। ਡਨ। ਪਹਿਲੇ ਸ਼ੁਰੂਆਤ ਕਿਸੇ ਪਰਸਨ ਨੇ ਕੀਤੀ, ਫਿਰ ਹੋਰ ਬੰਦੇ ਮਿਲ ਕੇ ਫਿਰ ਇੱਕ ਜਿਹੜਾ ਇੰਸਟੀਟਿਊਟ ਸੀ ਜਾਂ ਜੋ ਵੀ ਸਾਇੰਸ ਸੀ ਉੱਥੇ ਬਹਿ ਕੇ ਇਹਨਾਂ ਨੇ ਆਪਣੇ ਰਿਸਰਚਸ ਨੂੰ ਇਕੱਠਾ ਕਰਕੇ ਫਿਰ ਇੱਕ ਨੇ ਪ੍ਰਪੋਜ਼ ਇੱਕ ਬਿਲਡਿੰਗ ਆ ਪ੍ਰਪੋਜ਼ ਆਫ ਵੈਬ ਆਫ ਨੋਟਸ ਪ੍ਰਪੋਜ਼ ਕੀਤੇ, ਜਿਸ ਵਿੱਚ ਸਾਨੂੰ ਬਹੁਤ ਸਾਰੇ ਪੇਜਿਸ ਹਾਈਪਰਟੈਕਸਟ ਪੇਜਿਸ ਰਿਸਟੋਰ ਕੀਤੇ ਗਏ ਸੀ। ਡਨ। ਤਾਂ ਉਹਨਾਂ ਹਾਈਪਰਟੈਕਸਟ ਪੇਜ ਨੂੰ ਹੌਲੀ ਹੌਲੀ ਉਸ ਨੂੰ ਕੀ ਨਾਮ ਹੈ ਪ੍ਰੋਸੈਸ ਕਰਦਿਆਂ ਮਿਡ ਦਸੰਬਰ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਓਵਰਆਲ ਜਿਹੜਾ ਵੈਬ ਆਫ ਨੋਟ ਸੀ
ਇਹਨਾਂ ਨੇ ਕੀ ਕਰਤਾ, ਰਿਲੀਜ਼ ਕਰਤਾ। ਡਨ। ਤਾਂ ਉਹ ਵੈਬ ਆਫ ਨੋਟਸ ਜਿਹੜਾ ਤੁਹਾਡਾ ਬਰਾਊਜ਼ਰ ਸੀ ਉਹ ਹੌਲੀ ਹੌਲੀ ਹੋਰ ਡਿਵੈਲਪ ਹੁੰਦਾ ਗਿਆ, ਹੌਲੀ ਹੌਲੀ ਉਹਦੀ ਯੂਸੇਜ ਵੱਧਦੀ ਗਈ, ਉਹ ਹੋਰ ਡਿਵੈਲਪ ਹੁੰਦਾ ਗਿਆ ਅਤੇ 2000 ਤੋਂ 2009 ਵਿੱਚ ਸਾਨੂੰ ਇਹ ਫਿਗਰਸ ਦੇਖਣ ਨੂੰ ਮਿਲੇ। ਡਨ। ਹੁਣ ਗੱਲ ਕਰਦੇ ਹਾਂ ਕਿ ਸਾਨੂੰ ਇਸ ਦੀ ਨੀਡ ਕਿਉਂ ਪਈ। ਜੇ ਆਪਾਂ ਸਾਈਬਰ ਲੋਜ਼ ਦੀ ਗੱਲ ਕਰੀਏ, ਇਸ ਦੀ ਨੀਡ ਸਾਨੂੰ ਕਿਉਂ ਪਈ। ਜੇ ਆਪਾਂ ਟੂਡੇ ਟੈਕਨੋ ਸੈਵਿਕ ਇਨਵਾਇਰਮੈਂਟ ਦੇਖੀਏ ਤਾਂ ਵਰਲਡ ਇਜ਼ ਬਿਕਮਿੰਗ ਮੋਰ ਐਂਡ ਮੋਰ ਡਿਜੀਟਲ sophisticated and so are the crimes। ठीक है। इंटरनेट was initially developed as the research information sharing tool was in unregulated manner। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਇੰਟਰਨੈਟ ਦੀ ਸ਼ੁਰੂਆਤ ਕੀਤੀ ਗਈ ਸੀ ਕਿਸੇ ਪਰਸਨ ਦੁਆਰਾ ਜਾਂ ਆਪਾਂ ਗੱਲ ਕਰੀਏ ਕਿਸੇ ਟੀਮ ਦੁਆਰਾ, ਤਾਂ ਉਸ ਵਕਤ ਐਸਾ ਕਦੇ ਵੀ ਪਰਪਸ ਨਹੀਂ ਸੀ ਕਿ ਇਸਦਾ ਕਿਸੇ ਮਿਸਯੂਜ਼ ਵੀ ਹੋ ਸਕਦਾ ਹੈ। ਡਨ। ਕ੍ਰਾਈਮ ਦੇ ਲਈ ਵੀ ਮਿਸਯੂਜ਼ ਹੋ ਸਕਦਾ ਹੈ, ਕਿਸੇ ਨੂੰ ਇਸ ਦੇ ਨਾਲ ਬੜਾ ਵੱਡੀ ਨੁਕਸਾਨੀ ਵੀ ਪਹੁੰਚਾਈ ਜਾ ਸਕਦੀ ਹੈ। ਐਸਾ ਕਿਸੇ ਨੇ ਕੋਈ ਨਹੀਂ ਸੋਚਿਆ ਸੀ। ਜੇ ਐਸਾ ਕੁਛ ਬੰਦੇ ਦੇ ਦਿਮਾਗ 'ਚ ਹੁੰਦਾ ਤਾਂ ਉਸੇ ਟਾਈਮ ਲੋਸ ਬਣ ਜਾਂਦੇ। ਤਾਂ ਇਹਦੀ ਜਿਹੜੀ ਨੀਡ ਪਈ ਸਾਨੂੰ ਸਾਈਬਰ ਲੋਸ ਦੀ ਉਸ ਵਕਤ ਪਈ ਜਦੋਂ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਡਿਜੀਟਲੀ ਕ੍ਰਾਈਮਸ ਵੱਧ ਚੁੱਕੇ ਨੇ। ਡਨ। ਡਿਜੀਟਲੀ ਇਸ ਦਾ ਮਿਸਯੂਜ਼ ਬਹੁਤ ਗਲਤ ਤਰੀਕੇ ਨਾਲ ਹੋ ਰਿਹਾ। ਕਿਸੇ ਇੱਕ ਪਰਸਨ ਨੂੰ ਲਾਭ ਪਹੁੰਚਾਉਣ ਲਈ ਲੱਖਾਂ ਬੰਦਿਆਂ ਦੇ ਨੁਕਸਾਨ ਕੀਤੇ ਜਾ ਰਹੇ ਨੇ। ਡਨ। ਇਸ ਨੂੰ ਅਨਰੈਗੂਲੇਟਿਡ ਮੈਨਰ ਨਾਲ ਮਤਲਬ ਕਿ ਯੂਜ਼ ਕੀਤਾ ਜਾ ਰਿਹਾ। ਓਕੇ। ਐਜ਼ ਅ ਟਾਈਮ ਪਾਸ ਇਟ ਬਿਕਮ ਮੋਰ ਟ੍ਰਾਂਜੈਕਸ਼ਨਲ ਵਿਦ ਦੀ ਈ ਬਿਜ਼ਨਸ। ਠੀਕ ਹੈ। ਜਦੋਂ ਹੌਲੀ ਹੌਲੀ ਟਾਈਮ ਵੱਧਦਾ ਗਿਆ 2000 ਤੋਂ 2009, ਫਿਰ 2009 ਤੋਂ 15, ਠੀਕ ਹੈ, ਟਾਈਮ ਵੱਧਦਾ ਗਿਆ ਤਾਂ ਜੋ ਵੀ ਜਿਹੜਾ ਬਿਜ਼ਨਸ ਸੀ ਉਹ ਮਤਲਬ ਕਿ ਆਲਰੇਡੀ ਡਿਜੀਟਲ ਚਲਾ ਗਿਆ ਤਾਂ ਉਸਨੂੰ ਈ ਬਿਜ਼ਨਸ ਕਹਾਇਆ ਜਾਣ ਲੱਗ ਪਿਆ। ਈ ਕਮਰਸ ਯਾਨੀ ਕਿ ਅੱਜ ਕੱਲ੍ਹ ਦਾ ਐਮਾਜ਼ੋਨ ਕਹਾਇਆ ਜਾਣ ਲੱਗ ਪਿਆ। ਈ ਗਵਰਨੈਂਸ ਹੋਣ ਲੱਗ ਪਈ, ਈ ਪ੍ਰੋਕਿਓਰਮੈਂਟ ਹੋਣ ਲੱਗ ਪਈ। ਇਹਨਾਂ ਸਾਰੇ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਿ ਸਾਡਾ ਜਿਹੜਾ ਬਿਜ਼ਨਸ ਹੈ ਜਿਸ ਵਿੱਚ ਪ੍ਰਾਈਵੇਟ ਵੀ ਆ ਰਿਹਾ, ਪਬਲਿਕ ਵੀ ਆ ਰਿਹਾ। ਡਨ। ਅਤੇ ਕੁਝ ਆਪਣੇ ਦੇਸ਼ ਦੀ ਕੁਝ ਸਿਕਿਉਰਟੀਜ਼ ਨੂੰ ਖਤਰਾ ਨਾ ਹੋਵੇ। ਠੀਕ ਹੈ। ਅਤੇ ਇੱਕ ਪਬਲਿਕ ਵਿੱਚ ਜਿਹੜੇ ਰਹਿੰਦੇ ਲੋਕ ਹੈ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਹਨਾਂ ਨੂੰ ਖਤਰਾ ਨਾ ਹੋਵੇ। ਡਨ। ਉਹਨਾਂ ਦੇ ਕੀਤੇ ਹੋਏ ਕੰਮ ਜੋ ਵੀ ਉਹਨਾਂ ਨੇ ਆਪਣੇ ਪ੍ਰੋਫੈਸ਼ਨਲ ਲਾਈਫ 'ਚ ਜੋ ਵੀ ਕੰਮ ਕਰ ਰਹੇ ਨੇ ਉਹ ਐਕਸਪੋਜ਼ ਨਾ ਹੋ ਜਾਣ ਕਿਸੇ ਇਸ ਤਰੀਕੇ ਨਾਲ ਤਾਂ ਕਿ ਉਸ ਦਾ ਮਿਸਯੂਜ਼ ਕੀਤਾ ਜਾ ਸਕੇ। ਉਸ ਤੋਂ ਬਚਾਉਣ ਲਈ ਇਹਨਾਂ ਨੇ ਇਹ ਸਾਈਬਰ ਲੋਸ ਲਿਆਂਦੇ। ਡਨ। ਤਾਂ all legal issues related to the internet crime has to deal with through the cyber laws। As the number of the internet users is on the rise, the need for cyber laws and the application has also greater momentum। ਜੇ ਆਪਾਂ ਟੂਡੇ ਦੇਖੀਏ ਹਾਈਲੀ ਡਿਜੀਟਲ ਵਰਲਡ ਆਲਮੋਸਟ ਐਵਰੀਵਨ ਇਜ਼ ਅਫੈਕਟਡ ਬਾਈ ਦਾ ਸਾਈਬਰ ਲੋ। ਹਰੇਕ ਕੋਈ ਅਫੈਕਟਡ ਹੈ। ਦੈਨ ਉਹ ਸਾਰੀ ਜਿਹੜੀ ਟ੍ਰਾਂਜੈਕਸ਼ਨਸ ਨੇ ਉਹ ਡੀਮੈਟ ਫਾਰਮ 'ਚ ਹੁੰਦੀਆਂ ਨੇ। ਆਲਮੋਸਟ ਸਾਰੀ ਕੰਪਨੀਆਂ ਜਿਹੜੀਆਂ ਨੇ ਉਹ ਕੰਪਿਊਟਰ ਦੇ ਦੁਆਰਾ ਯੂਜ਼ ਕੀਤਾ ਜਾਂਦਾ ਸਭ ਕੁਝ। ਯਾਨੀ ਕਿ ਜੋ ਵੀ ਸਾਡੇ ਕੰਪਨੀਜ਼ ਨੇ ਬਿਨਾਂ ਕੰਪਿਊਟਰ ਤੋਂ ਕੁਝ ਕਰ ਨਹੀਂ ਰਹੀਆਂ। ਜੇ ਕੰਪਿਊਟਰ ਤੋਂ ਕਰ ਰਹੀਆਂ ਤਾਂ ਆਲਰੇਡੀ ਹੈ ਕਿ ਉਸ ਵਿੱਚ ਇੰਟਰਨੈਟ ਦਾ ਯੂਸੇਜ ਹੋ ਹੀ ਰਿਹਾ। ਜੋ ਵੀ ਵੈਲਿਊਏਬਲ ਡਾਟਾ ਉਹ ਇਲੈਕਟ੍ਰੋਨਿਕ ਫਾਰਮ 'ਚ ਸਾਨੂੰ ਦੇਖਣ ਨੂੰ ਮਿਲਦਾ ਉੱਥੇ। ਡਨ। ਅਤੇ ਗੌਰਮੈਂਟ ਜਿਹੜੇ ਫਾਰਮਸ ਨੇ ਉਹ ਵੀ ਸਾਨੂੰ ਜਿਵੇਂ ਇਨਕਮ ਟੈਕਸ ਰਿਟਰਨਸ ਨੇ ਉਹ ਵੀ ਸਾਨੂੰ ਔਨਲਾਈਨ ਦੇਖਣ ਨੂੰ ਮਿਲਦੇ ਨੇ। ਕੰਪਨੀ ਲੋਸ ਨੇ ਉਹ ਸਾਨੂੰ ਔਨਲਾਈਨ ਦੇਖਣ ਨੂੰ ਮਿਲਦੇ ਨੇ। ਅੱਜ ਦਾ ਟਾਈਮ ਐਸਾ ਕਿ ਅਸੀਂ ਔਨਲਾਈਨ ਹੀ ਭਰਦੇ ਹਾਂ। ਡਨ। ਕੰਜ਼ਿਊਮਰਸ ਆਲਰੇਡੀ ਇਨਕਰੀਜ਼ ਕਰ ਰਹੇ ਨੇ, ਜ਼ਿਆਦਾਤਰ ਕ੍ਰੈਡਿਟ ਕਾਰਡ ਯੂਜ਼ ਹੋ ਰਹੇ ਨੇ ਅਤੇ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਆਲਰੇਡੀ ਉੱਥੇ ਪਹੁੰਚ ਰਹੀ ਹੈ, ਡਾਟਾ ਪਹੁੰਚ ਰਿਹਾ, ਉਸਨੂੰ ਸਿਕਿਉਰ ਕਰਨਾ ਜ਼ਰੂਰੀ ਹੈ। ਡਨ। ਕੰਪਨੀ ਦੇ ਜਿਹੜੇ ਸੀਕਰੇਟ ਕੁਛ ਰੂਲਸ ਹੁੰਦੇ ਨੇ, ਸੀਕਰੇਟ ਕੁਛ ਡਾਕੂਮੈਂਟਸ ਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਮਿਸਯੂਜ਼ ਹੋਣ ਦਾ ਖਤਰਾ ਹੈ। ਉਸ ਨੂੰ ਬਚਾਉਣ ਲਈ ਗੌਰਮੈਂਟ ਦੇ ਜੋ ਜਿਹੜੀ ਕੀ ਨਾਮ ਹੈ ਸਿਕਿਉਰਿਟੀ ਹੈ ਉਸ ਨੂੰ ਖਤਰਾ ਨਾ ਹੋਵੇ ਉਸ ਚੀਜ਼ ਲਈ। ਡਨ। ਸੈਂਸੀਟਿਵ ਜਿਹੜੇ ਇਨਫੋਰਮੇਸ਼ਨਸ ਹੈ ਗੌਰਮੈਂਟ ਦੀਆਂ ਉਹ ਨਾ ਬਾਹਰ ਨਿਕਲ ਜਾਣ ਉਸ ਲਈ ਵੀ ਲੋਸ ਬਣਾਉਣੇ ਜ਼ਰੂਰੀ ਨੇ। ਮੋਸਟ ਪੀਪਲ ਜਿਹੜੇ ਨੇ ਈਮੇਲ ਯੂਜ਼ ਕਰਦੇ ਨੇ, ਸੈੱਲਫੋਨ ਯੂਜ਼ ਕਰਦੇ ਨੇ, SMS ਮੈਸੇਜ ਯੂਜ਼ ਕਰਦੇ ਨੇ, ਉਹਨਾਂ ਲਈ ਜ਼ਰੂਰੀ ਨੇ। ਈਵਨ ਕਹਿੰਦੇ ਜਿਹੜਾ ਕੋਈ ਨੋਨ ਸਾਈਬਰ ਕ੍ਰਾਈਮ ਹੈ ਕੇਸਿਸ ਹੈ ਮੋਸਟ ਇੰਪੋਰਟੈਂਟ ਐਵੀਡੈਂਸ ਸਾਨੂੰ ਕੰਪਿਊਟਰ ਜਾਂ ਸੈੱਲਫੋਨ ਤੋਂ ਦੇਖਣ ਨੂੰ ਮਿਲਦਾ। ਡਨ। ਜੇ ਕੋਈ ਸਾਈਬਰ ਕ੍ਰਾਈਮ ਨਹੀਂ ਵੀ ਹੈ ਤਾਂ ਵੀ ਸਾਨੂੰ ਜਿਹੜਾ ਐਵੀਡੈਂਸ ਹੈ ਉਹ ਸਾਨੂੰ ਜ਼ਿਆਦਾਤਰ ਕੰਪਿਊਟਰ ਅਤੇ ਸੈੱਲਫੋਨ 'ਚ ਦੇਖਣ ਨੂੰ ਮਿਲਦਾ। ਭਾਵੇਂ ਇਨ ਕੇਸ ਡਿਵੋਰਸ ਦਾ ਹੋਵੇ, ਮਰਡਰ ਦਾ ਹੋਵੇ, ਕਿਡਨੈਪਿੰਗ ਦਾ ਹੋਵੇ, ਟੈਕਸ ਇਵੀਜ਼ਨ ਦਾ ਹੋਵੇ, ਔਰਗਨਾਈਜ਼ਡ ਕ੍ਰਾਈਮ ਦਾ ਹੋਵੇ, ਟੈਰਰਿਸਟ ਆਪਰੇਸ਼ਨ ਦਾ ਹੋਵੇ, ਕਾਊਂਟਰਫੀਟ ਕਰੰਸੀ ਦਾ ਹੋਵੇ। ਡਨ। ਅਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਸਾਈਬਰ ਕ੍ਰਾਈਮ ਕੇਸਿਸ ਜਿਹੜੇ ਹੈ ਸੱਚ ਐਸ ਔਨਲਾਈਨ ਬੈਂਕਿੰਗ ਫਰੋਡਸ। ਇੱਕ ਤਰੀਕੇ ਨਾਲ ਜੇ ਆਪਾਂ ਰਿਜ਼ਲਟ ਕਹਿ ਰਹੇ ਹਾਂ ਕਿ ਜਿਹੜੇ ਸਾਈਬਰ ਕ੍ਰਾਈਮਸ ਕਿਸ ਤਰੀਕੇ ਨਾਲ ਸਾਨੂੰ ਜੇ ਆਪਾਂ ਉਹਨਾਂ ਦੇ ਟਰਮ ਯੂਜ਼ ਕਰੀਏ ਕਿਸ ਤਰ੍ਹਾਂ ਦੇ ਬੈਂਕਿੰਗ ਫਰੋਡਸ ਹੋ ਸਕਦੇ ਹੈ। ਡਨ। ਔਨਲਾਈਨ ਸ਼ੇਅਰ ਟ੍ਰੇਡਿੰਗ ਫਰੋਡਸ ਹੋ ਸਕਦੇ ਹੈ, ਸੋਰਸ ਕੋਡ ਥੈਫਟ ਹੋ ਸਕਦਾ ਹੈ, ਕ੍ਰੈਡਿਟ ਕਾਰਡ ਫਰੋਡ ਹੋ ਸਕਦਾ ਹੈ, ਟੈਕਸ ਇਵੀਜ਼ਨ ਫਰੋਡਸ ਹੋ ਸਕਦੇ ਨੇ, ਸਾਈਬਰ ਸਬੋਟੇਜ ਹੋ ਸਕਦਾ ਹੈ, ਫਿਸ਼ਿੰਗ ਅਟੈਕਸ ਹੋ ਸਕਦੇ ਨੇ, ਈਮੇਲ ਹਾਈਜੈਕ ਹੋ ਸਕਦਾ ਹੈ। ਮਤਲਬ ਕਾਫੀ ਚੀਜ਼ਾਂ ਹੋ ਸਕਦੀਆਂ ਜਿਹਦੇ ਨਾਲ ਸਾਡੇ ਡਾਟੇ ਦਾ ਮਿਸਯੂਜ਼ ਕੀਤਾ ਜਾਂਦਾ। ਪੋਰਨੋਗ੍ਰਾਫੀ ਹੋ ਗਈ। ਡਨ। ਯਾਨੀ ਕਿ ਪੋਰਨੋਗ੍ਰਾਫੀ ਨੂੰ ਇਸ ਤਰੀਕੇ ਨਾਲ ਯੂਜ਼ ਕਰਦੇ ਨੇ ਜਿਹੜੇ ਮਿਸਯੂਜ਼ਰਸ ਹੁੰਦੇ ਨੇ ਤਾਂ ਕਿ ਚਾਈਲਡ ਵਿੱਚ ਵੱਧ ਤੋਂ ਵੱਧ ਫਸਾਇਆ ਜਾ ਸਕੇ ਇਹਨਾਂ ਨੂੰ। ਠੀਕ ਹੈ। ਯੂਥ ਨੂੰ ਖਰਾਬ ਕੀਤਾ ਜਾ ਸਕੇ। ਇਹਨਾਂ ਚੀਜ਼ਾਂ ਤੋਂ ਬਚਾਉਣ ਲਈ ਕੁਝ ਲੋਸ ਲੈ ਕੇ ਆਉਂਦੇ ਗਏ ਨੇ ਜਿਨ੍ਹਾਂ ਨੂੰ
ਜਿਨ੍ਹਾਂ ਨੂੰ ਲਗਾਉਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਆਪਣੇ ਇਸ ਜਿਹੜਾ ਇਹ ਇੰਟਰਨੈੱਟ ਦੀ ਦੁਨੀਆ ਹੈ ਉਸ ਨੂੰ ਸਟਰੈਂਥ ਕੀਤਾ ਜਾ ਸਕੇ, ਉਸ ਨੂੰ ਮਤਲਬ ਕਿ ਸਹੀ ਚੀਜ਼ ਲਈ ਵਰਤਿਆ ਜਾ ਸਕੇ। ਇਸੇ ਲਈ ਇਸ ਤਰ੍ਹਾਂ ਦੇ ਕਾਨੂੰਨ ਲਿਆਉਂਦੇ ਗਏ। ਡਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਿਜੀਟਲ ਸਿਗਨੇਚਰਸ, ਈ ਕੰਟਰੈਕਟਸ ਆਲਰੇਡੀ ਰਿਪਲੇਸ ਕਰ ਰਹੇ ਨੇ ਕਨਵੈਨਸ਼ਨਸ ਮੈਥਡ ਨੂੰ। ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਹੋਵੇਗਾ ਕਿ ਅੱਜ ਕੱਲ੍ਹ ਡਿਜੀਟਲ ਸਿਗਨੇਚਰ ਚੱਲਦੇ ਨੇ। ਡਨ। ਈ ਕੰਟਰੈਕਟਸ ਹੋ ਰਹੇ ਨੇ। ਡਨ। ਸੋ ਟੈਕਨੋਲੋਜੀ ਪਰ ਸੇ ਇਜ਼ ਨੈਵਰ ਆਰ ਡਿਸਪਿਊਟਡ ਇਸ਼ੂ। ਕਹਿੰਦੇ ਟੈਕਨੋਲੋਜੀ ਕਦੇ ਵੀ ਡਿਸਪਿਊਟਡ ਇਸ਼ੂ ਨਹੀਂ ਹੈ, ਬਟ ਉਸ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ, ਠੀਕ ਹੈ, ਉਸ ਦਾ ਕੀ ਸਿਸਟਮ ਹੈ। ਜੇ ਉਹਨੂੰ ਨਾ ਆਪਾਂ ਇਗਨੋਰ ਕਰ ਦਈਏ ਤਾਂ ਹੌਲੀ ਹੌਲੀ ਸਾਡੇ ਲਈ ਇਸ਼ੂ ਬਣਦਾ ਜਾਏਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦਾ ਸਾਈਬਰ ਰੈਵੋਲਿਊਸ਼ਨਸ ਹੋਲਡ ਦਾ ਪ੍ਰੋਮਿਸ ਆਫ ਕਿਊਕਲੀ ਰੀਚਿੰਗ ਦੀ ਮਾਸਿਸ ਹੈਜ਼ ਅਪੋਜ਼ ਟੂ ਦਾ ਅਰਲੀਅਰ ਟੈਕਨੋਲੋਜੀਜ਼ which had a trickle down the effect. Such a promise and potential can only be realized with the appropriate legal regime based on the given social economic metrics. ਡਨ। ਕਹਿੰਦੇ ਹੁਣ ਤੱਕ ਤੇ ਜੋ ਵੀ ਮਤਲਬ ਇਸ਼ੂਸ ਨਿਕਲਦੇ ਸੀ ਲੋਕਾਂ ਦੇ, ਜਾਂ ਮਤਲਬ ਉਹਨਾਂ ਦੀ ਪ੍ਰਾਈਵੇਸੀ ਨੂੰ ਲੈ ਕੇ, ਜਾਂ ਕਿਸੇ ਕੰਪਨੀ ਦੀ ਪ੍ਰਾਈਵੇਸੀ ਨੂੰ ਲੈ ਕੇ, ਜਾਂ ਕਿਸੇ ਡਾਟਾ ਮਿਸਯੂਜ਼ ਨੂੰ ਲੈ ਕੇ, ਹਮੇਸ਼ਾ ਜਿਹੜੇ ਸਾਈਬਰ ਲੋਸ ਹੈ ਹਮੇਸ਼ਾ ਅੱਗੇ ਆਏ ਨੇ ਅਤੇ ਉਹਨਾਂ ਨੇ ਬਚਾਇਆ ਕਾਫੀਆਂ ਨੂੰ। ਡਨ। ਇਸੀ ਕਰਕੇ ਇਹ ਕਿਹਾ ਜਾਂਦਾ ਹੈ ਕਿ ਸਾਈਬਰ ਲੋਸ ਬਹੁਤ ਜ਼ਰੂਰੀ ਨੇ ਅੱਜ ਦੇ ਟਾਈਮ ਵਿੱਚ। ਡਨ। ਸੋ ਅੱਜ ਆਪਾਂ ਉਰੇ ਤੱਕ ਹੀ ਦੇਖਾਂਗੇ। ਕੱਲ੍ਹ ਵਾਲੇ ਲੈਕਚਰ 'ਚ ਆਪਾਂ ਇਸਦੇ ਕੁਝ ਟਰਮਸ ਪੜ੍ਹਾਂਗੇ, ਇੰਪੋਰਟੈਂਟ ਟਰਮਸ ਪੜ੍ਹਾਂਗੇ ਇਹਨਾਂ ਦੇ ਨਾਲ ਦੇ, ਜੋ ਤੁਹਾਨੂੰ ਯਾਦ ਕਰਨੇ ਨੇ। ਡਨ। ਹੁਣ ਤੱਕ ਜੋ ਆਪਾਂ ਨੇ ਪੜ੍ਹਿਆ ਸਿਰਫ ਇੱਕ ਸਮਝਣ ਲਈ ਪੜ੍ਹਿਆ। ਡਨ। ਇਹ 'ਚ ਤੁਹਾਨੂੰ ਕੋਈ ਯਾਦ ਨਹੀਂ ਰੱਖਣਾ, ਇਹ 'ਚ ਤੁਹਾਨੂੰ ਸਿਰਫ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਆਖਿਰ ਵਿੱਚ ਇਹ ਆਪਾਂ ਨੂੰ ਕਿਉਂ ਜ਼ਰੂਰੀ ਨੇ, ਇਹਨਾਂ ਦੇ ਲੋਸ ਸਾਨੂੰ ਕਿਉਂ ਜ਼ਰੂਰੀ ਨੇ, ਕਿਉਂ ਆਪਾਂ ਪਹਿਲੇ ਇਹਦੀ ਕਿਉਂ ਨਹੀਂ ਯੂਸੇਜ ਪਈ, ਕਿਉਂਕਿ ਇਹ ਬਣਿਆ ਹੀ ਹੁਣ ਹੈ, ਠੀਕ ਹੈ। ਰਿਸੈਂਟਲੀ ਇਸ ਦੀ ਡਿਵੈਲਪਮੈਂਟ ਜ਼ਿਆਦਾ ਹੋਈ ਹੈ, ਤਾਂ ਹੌਲੀ ਹੌਲੀ ਹੁਣ ਸਾਨੂੰ ਇਹਦੇ ਲੋਸ ਬਣਾਉਣ ਦੀ ਲੋੜ ਪੈ ਗਈ। ਸਾਈਬਰ ਲੋ ਇਸੀ ਕਰਕੇ ਬਣੇ। ਡਨ। ਤਾਂ ਇਸੀ ਸਾਈਬਰ ਲੋਸ ਦੇ ਅੰਡਰ ਆਪਾਂ ਇਹ ਜਾਣਾਂਗੇ ਕਿ ਇੰਡੀਆ ਵਿੱਚ ਇਸਦੇ ਕਿਹੜੇ ਕਾਨੂੰਨ ਅਵੇਲੇਬਲ ਨੇ ਅਤੇ ਕਰੰਟ ਫੀਲਡ ਵਿੱਚ ਹੁਣ ਕੀ ਹੁੰਦਾ ਜਾ ਰਿਹਾ। ਡਾਟਾ ਪ੍ਰਾਈਵੇਸੀ ਨੂੰ ਲੈ ਕੇ ਜਿਹੜਾ ਬਿੱਲ ਆਇਆ ਉਸ ਵਿੱਚ ਕੀ ਕੀਤਾ ਜਾ ਰਿਹਾ, ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ। ਡਨ। ਸੋ ਮੇਰੇ ਨਾਲ ਬਣੇ ਰਹੋ, ਹੌਲੀ ਤੁਹਾਨੂੰ ਸਮਝ ਆਏਗਾ। ਸਪੋਜ਼ ਕਰੋ ਪਹਿਲੇ ਲੈਕਚਰ 'ਚ ਤੁਹਾਨੂੰ ਕੁਛ ਵੀ ਨਾ ਸਮਝ ਆਇਆ ਹੋਵੇ ਤਾਂ ਵੀ ਕੋਈ ਚੱਕਰ ਨਹੀਂ, ਤੁਹਾਨੂੰ ਹੌਲੀ ਇਸ ਦੀ ਤੁਹਾਨੂੰ ਜਿਹੜੀ ਕਲੈਰਿਟੀ ਹੁੰਦੀ ਜਾਏਗੀ। ਡਨ। ਸੋ ਬੀ ਕੌਨਫੀਡੈਂਟ। ਡਨ। ਸੋ ਥੈਂਕ ਯੂ ਵੈਰੀ ਮਚ। ਟੇਕ ਕੇਅਰ।